जेहा तू कराए तेहा हौ करी वख्यान। सतनाम श्री वाहिगुरु साहिब जी। अंत ना सिफती कहन ना अंत, अंत ना करनै देण ना अंत, अंत ना सिफती कहन ना अंत, अंत ना करनै देण ना अंत। वाहिगुरु जी का खालसा वाहिगुरु जी की फतेह। धन सतगुरु श्री गुरु ग्रंथ साहिब जी महाराज सच्ची पातशाह जी की कृपा रहमत बख्शिश दा सदका रोजाना दी तरह सतगुरु साहिब जी की पावन हजूरी अंदर अमृत वेले दे सुंदर दीवान सजे हन। सजे हुए दीवान दे विच पंज बाणियां दे नितनेम श्री सुखमनी साहिब जी दे पाठ आशा जी दी वार दा कीर्तन होया। वडभागी जना ने इस सुभागे समय दा लाहा प्राप्त किया। आओ हुण कुछ समय वास्ते जो इस विद्यालय के अंदर सतगुरु साहिब जी की कृपा का सदका लड़ीवार पावन गुरबाणी की कथा विचार चल रही है। पावन गुरबाणी की कथा विचार श्रवण करके होर भी लाहा प्राप्त करिए जी। सतनाम श्री वाहिगुरु साहिब जी। अंत ना सिफती। धन सतगुरु श्री गुरु नानक देव साहिब जी महाराज सच्चे पातशाह जी दे चरण कमलों पास सिद्ध लोगों ने बेनती की कि सच्चे पातशाह जी किसी न किसी प्राणी ने गुरमुख प्यारे ने भगत साधु महात्मा ने उस अकाल पुरख वाहिगुरु दा अंत जरूर पाया होगा। सच्चे पातशाह सिद्धां दे इस शंके जां सवाल नूं सुन के अकाल पुरख वाहिगुरु दी बेअंतताई किन्नी क्या उस बेअंतताई दा वर्णन करदे आ कि किन्ना किन्ना ने किस तरीके दे नाल उहनूं अंत पाउण दा यतन कीता है। पर परमेश्वर बेअंत है, ओदा कोई अंत नहीं पा सकिया। सच्चे पातशाह कथन करदे आ अंत ना सिफती। परमेश्वर दी सिफत करके भी सिद्ध जनों जोगी नाथ लोको कोई परमेश्वर दा अंत नहीं पा सकिया। जां परमेश्वर दी सिफत करन वाले किन्ने क्या उन्हां दा भी कोई अंत नहीं पा सकिया। वो किन्ने क्या उन्हां दी भी गिणती कोई नहीं, वो बेशुमार आ, कोई उन्हां दा अंत नहीं पा सकिया।
ਕੋਈ ਪਦਾਰਥ ਵਾਸਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ, ਕੋਈ ਸਵਾਰਥ ਵਾਸਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ। ਸੁਖਮਨੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ, ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੀਤਾ ਸੁਨਹਿ ਤੀਤਾ ਬਖਿਆਨ ਹੈ। ਪਰਮੇਸ਼ਰ ਦਾ ਅੰਤ ਤਾਂ ਕਿਸੇ ਨੇ ਕੀ ਪਾਉਣਾ। ਗੁਰਮੁਖੋ ਸਾਧੂ ਮਹਾਤਮਾ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਵੀ ਇਹਦੇ ਵਿੱਚ ਕਿੰਨੀ ਕਲਾ, ਕਿੰਨੀ ਕੁ ਸ਼ਕਤੀ ਹੈ, ਕਿੰਨੀ ਕੁ ਤਾਕਤ ਦਾ ਮਾਲਕ ਹੈ। ਵੇਦ ਸ਼ਾਸਤਰ ਵੀ ਸਾਧੂ ਦੀ ਮਹਾਤਮਾ ਦੀ ਬੰਦਗੀ ਬਾਰੇ ਨਹੀਂ ਜਾਣ ਸਕਦੇ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਵੇਦ ਵੀ ਨਹੀਂ ਕਥਨ ਕਰ ਸਕਦੇ ਤੇ ਪਰਮੇਸ਼ਰ ਤੇ ਬਹੁਤ ਬੇਅੰਤ, ਬਹੁਤ ਵੱਡਾ ਹੈ। ਸਿੱਧ ਲੋਕੋ ਪਰਮੇਸ਼ਰ ਦੀ ਸਿਫਤ ਕਰਕੇ ਵੀ ਕਿਸੇ ਨੇ ਅੰਤ ਨਹੀਂ ਪਾਇਆ, ਜਾਂ ਪਰਮੇਸ਼ਰ ਦੀ ਸਿਫਤ ਕਰਨ ਵਾਲੇ ਕਿੰਨੇ ਕਿਹਾ, ਉਹਨਾਂ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਵੇਖੋ ਹਰ ਪਰਿਵਾਰ ਦੇ ਅੰਦਰ ਕੋਈ ਗੁਰਬਾਣੀ ਪੜ੍ਹਨ ਵਾਲਾ ਹੁੰਦਾ ਹੈ, ਕੋਈ ਸੇਵਾ ਕਰਨ ਵਾਲਾ, ਕੋਈ ਸਿਮਰਨ ਕਰਨ ਵਾਲਾ ਹੈ। ਕੋਈ ਪਦਾਰਥ ਵਾਸਤੇ ਕਰਦਾ ਕਿ ਮੈਨੂੰ ਸੱਚੇ ਪਾਤਸ਼ਾਹ ਬਾਣੀ ਪੜ੍ਹਦਾ ਤੇ ਆਹ ਪਦਾਰਥ ਮਿਲ ਜਾਵੇ, ਤੇ ਸੱਚੇ ਪਾਤਸ਼ਾਹ ਉਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਹ ਦਾਤ ਉਹਦੀ ਝੋਲੀ ਵਿੱਚ ਪਾਉਂਦੇ ਆ। ਕੋਈ ਪਦਾਰਥ ਵਾਸਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਤੇ ਸੱਚੇ ਪਾਤਸ਼ਾਹ ਉਹਨੂੰ ਪਦਾਰਥ ਦਿੰਦੇ ਆ, ਕਿਉਂਕਿ ਪਰਮੇਸ਼ਰ ਦੇ ਘਰ ਵਿੱਚ ਅਨੇਕਾਂ ਤਰ੍ਹਾਂ ਦੀਆਂ ਦਾਤਾਂ, ਇਹਨਾਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਸਿੱਧ ਲੋਕੋ ਅਣਗਿਣਤ ਲੋਕ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਆ, ਅਣਗਿਣਤ ਹੀ ਲੋਕ ਸਿਫਤ ਕਰਕੇ ਅੰਤ ਪਾਉਣ ਦਾ ਯਤਨ ਕਰਦੇ ਤੇ ਪਰਮੇਸ਼ਰ ਬੇਅੰਤ ਹੈ, ਕਹਿਣ ਨਾ ਅੰਤ। ਫਿਰ ਸੱਚੇ ਪਾਤਸ਼ਾਹ ਕਹਿ ਕਰਕੇ ਉਸ ਪਰਮੇਸ਼ਰ ਦਾ ਅੰਤ ਪਾਇਆ ਜਾ ਸਕਦਾ ਹੈ। ਤੇ ਸੱਚੇ ਪਾਤਸ਼ਾਹ ਕਥਨ ਕਰਦੇ ਕਹਿਣ ਨਾ ਅੰਤ, ਕਹਿ ਕਰਕੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਪਰੰਤ ਕਹਿਣ ਵਾਲੇ ਕਿੰਨੇ ਕਿਹਾ, ਅਣਗਿਣਤ ਕਹਿਣ ਵਾਲੇ ਆ, ਕਹਿਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਹੈ। ਅੰਤ ਨਾ ਕਰਨਾ, ਫਿਰ ਅੰਤ ਨਾ ਕਰਨਾ। ਕਰਨਾ ਨਾਮਕ ਕਰਤੱਬਾਂ ਦਾ, ਕੌਤਕਾਂ ਦਾ ਪਰਮੇਸ਼ਰ ਕਿੰਨੇ ਕੁ ਕੌਤਕ ਕਰਦਾ ਹੈ। ਕੋਈ ਵੀ ਪਰਮੇਸ਼ਰ ਦੇ ਕਰਤੱਬਾਂ ਦਾ, ਕੌਤਕਾਂ ਦਾ ਅੰਤ ਨਹੀਂ ਪਾ ਸਕਦਾ। ਅੰਤ ਨਾ ਕਰਨਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਪ੍ਰਗਟ ਕੀਤਾ, ਪੈਦਾ ਕੀਤਾ, ਇਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਪ੍ਰਕਿਰਤੀ ਦਾ ਅੰਤ ਨਹੀਂ ਪਾ ਸਕਦਾ ਹੈ। ਦੇਣ ਨਾ ਅੰਤ। ਸਿੱਧ ਲੋਕੋ ਜੀਵ ਨੂੰ ਦਾਤਾਂ ਦਿੰਦਾ ਪਰਮੇਸ਼ਰ, ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਬਚਪਨ ਤੋਂ ਲੈ ਕਰਕੇ ਅਖੀਰਲੇ ਸਵਾਸਾਂ ਤੱਕ ਆਪਣੀ ਜ਼ਿੰਦਗੀ ਦੀਆਂ ਦਾਤਾਂ ਦਾ ਬੰਦਾ ਅੰਤ ਨਹੀਂ ਪਾ ਸਕਦਾ, ਤੇ ਸ੍ਰਿਸ਼ਟੀ ਦਾ ਕਿਵੇਂ ਅੰਤ ਪਾ ਸਕਦਾ ਹੈ। ਪਰਮੇਸ਼ਰ ਜੀਵ ਨੂੰ ਪੈਦਾ ਕਰਦਾ, ਇਹ ਵੀ ਇੱਕ ਦਾਤ ਆ। ਰਿਜ਼ਕ ਦਿੰਦਾ, ਇਹ ਵੀ ਇੱਕ ਦਾਤ ਆ। ਗੁਣ ਦਿੰਦਾ, ਇਹ ਵੀ ਇੱਕ ਦਾਤ ਆ। ਸੱਚੇ ਪਾਤਸ਼ਾਹ ਦਾ ਦਾਤਾਂ ਲੈਣ ਕਰਕੇ, ਦਾਤਾਂ ਦੇਣ ਕਰਕੇ ਵੀ ਕੋਈ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ ਹੈ। ਅੰਤ ਨਾ ਵੇਖਣ। ਫਿਰ ਬੰਦੇ ਦੀ ਦ੍ਰਿਸ਼ਟੀ ਹੁੰਦੀ ਹੈ, ਇੱਕ ਚੀਜ਼ ਨੂੰ ਸੋਚ ਲੈਂਦਾ ਜਾਂ ਉਹਨੂੰ ਤੱਕਣ ਦਾ ਯਤਨ, ਵੇਖਣ ਦਾ ਯਤਨ ਕਰਦਾ।
ਜਿਸ ਵਸਤੂ ਨੂੰ ਆਪਣੇ ਮਨ ਕਰਕੇ ਦੇਖਿਆ ਹੁੰਦਾ ਤੇ ਉੱਥੇ ਪਹੁੰਚ ਕਰਦਾ, ਉਹਨੂੰ ਵੇਖਣ ਤੇ ਪਹੁੰਚਣ ਦੀ ਸਮਰੱਥਾ ਰੱਖਦਾ ਹੈ, ਉੱਥੇ ਅਕਸਰ ਬੰਦਾ ਪਹੁੰਚ ਜਾਂਦਾ ਹੈ। ਪਰ ਪਰਮੇਸ਼ਰ ਨੂੰ ਕੋਈ ਵੀ ਵੇਖ ਕਰਕੇ ਆਪਣੀਆਂ ਨੇਤਰਾਂ ਦੇ ਨਾਲ, ਆਪਣੀ ਸੁਰਤੀ ਬਿਰਤੀ ਦੇ ਨਾਲ ਕੋਈ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ ਹੈ। ਵੇਖ ਕਰਕੇ ਸੁਣਨ ਨਾ ਅੰਤ। ਤੇ ਸੱਚੇ ਪਾਤਸ਼ਾਹ ਕੋਈ ਸੁਣ ਕਰਕੇ ਅੰਤ ਪਾ ਲੈਂਦਾ ਹੋਣਾ। ਸੱਚੇ ਪਾਤਸ਼ਾਹ ਕਥਨ ਕਰਦੇ ਕਿ ਸਾਰੀ ਦੁਨੀਆ ਨੂੰ ਪਰਮੇਸ਼ਰ ਨੇ, ਜੀਵ ਜੰਤੂਆਂ ਨੂੰ ਕੰਨ ਲਾਏ ਆ, ਕੰਨਾਂ ਦੇ ਨਾਲ ਸੁਣਦੇ ਆ। ਸੁਣ ਕਰਕੇ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ। ਵੇਖੋ ਬੰਦਾ ਜੰਮਦਾ, ਜਵਾਨ ਹੁੰਦਾ, ਪਰਮੇਸ਼ਰ ਦੀ ਜਸ ਵਡਿਆਈ ਆਪਣੇ ਕੰਨਾਂ ਨਾਲ ਸੁਣਦਾ। ਸੁਣ ਕਰਕੇ ਜੀਵ ਦਾ ਅੰਤ ਹੋ ਜਾਂਦਾ, ਪਰ ਪਰਮੇਸ਼ਰ ਦਾ ਅੰਤ ਨਹੀਂ ਆਉਂਦਾ। ਨੇਤ ਨੇਤ ਕਥੰਤ ਬੇਦਾ, ਤੂੰ ਨਿਤ ਨਵੈ, ਤੂੰ ਬੇਅੰਤ ਹੈ, ਬੇਅੰਤ ਹੈ, ਤੇਰਾ ਅੰਤ ਨਹੀਂ ਕੋਈ ਪਾ ਸਕਦਾ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਜਿਸ ਤਰ੍ਹਾਂ ਕਿ ਇੱਕ ਆਕਾਸ਼ ਵਿੱਚ ਉੱਡਣ ਵਾਲਾ ਪੰਛੀ ਹੁੰਦਾ ਹੈ। ਜੇਕਰ ਪੰਛੀ ਚਾਵੇ ਉੱਡ ਕਰਕੇ ਮੈਂ ਆਕਾਸ਼ ਦਾ ਅੰਤ ਪਾ ਲਵਾਂ ਤੇ ਗੁਰਮੁਖੋ ਉਹਦੀ ਇੱਕ ਬਹੁਤ ਵੱਡੀ ਭੁੱਲ ਹੈ। ਪਰ ਆਕਾਸ਼ ਵਿੱਚ ਅਡਾਰੀ ਮਾਰ ਕਰਕੇ ਮਨ ਨੂੰ ਖੁਸ਼ ਕਰ ਸਕਦਾ, ਪ੍ਰਸੰਨ ਹੋ ਸਕਦਾ ਉਡਾਰੀ ਮਾਰ ਕਰਕੇ, ਪਰ ਆਨੰਦ ਲੈ ਸਕਦਾ ਉਡਾਰੀ ਮਾਰ ਕੇ। ਪਰ ਆਕਾਸ਼ ਦਾ ਅੰਤ ਪੰਛੀ ਨਹੀਂ ਪਾ ਸਕਦਾ। ਇਸੇ ਤਰ੍ਹਾਂ ਮੱਛੀ ਸਮੁੰਦਰ ਦਾ ਇੱਕ ਜੀਵ ਆ, ਪਾਣੀ ਉਹਦਾ ਆਧਾਰ ਆ। ਜਿੰਨੀ ਵੱਡੀ ਪਾਣੀ ਵਿੱਚ ਉਹ ਤਾਰੀ ਲਾਵੇਗੀ, ਆਨੰਦ ਪ੍ਰਾਪਤ ਕਰ ਸਕਦੀ ਹੈ, ਪਰ ਸਮੁੰਦਰ ਦਾ ਮੱਛੀ ਅੰਤ ਨਹੀਂ ਪਾ ਸਕਦੀ। ਜੇਕਰ ਮੱਛੀ ਚਾਹਵੇ ਕਿ ਮੈਂ ਸਮੁੰਦਰ ਦਾ ਅੰਤ ਪਾ ਲਵਾਂ, ਉਹਦੀ ਬਹੁਤ ਵੱਡੀ ਭੁੱਲ ਆ। ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਪਰ ਤਾਰੀ ਲਾ ਕਰਕੇ ਆਨੰਦ ਪ੍ਰਾਪਤ ਕਰ ਸਕਦੀ ਆ। ਇਸੇ ਤਰ੍ਹਾਂ ਕੰਨਾਂ ਦੇ ਨਾਲ ਸਿੱਧ ਲੋਕੋ ਪਰਮੇਸ਼ਰ ਦੀ ਜਸ ਵਡਿਆਈ ਸੁਣ ਕੇ ਜੀਵ ਆਨੰਦ ਪ੍ਰਾਪਤ ਕਰ ਸਕਦਾ ਹੈ, ਖੁਸ਼ੀਆਂ ਤੇ ਖੇੜੇ ਪ੍ਰਾਪਤ ਕਰ ਸਕਦਾ ਹੈ। ਪਰ ਪਰਮੇਸ਼ਰ ਦਾ ਸੁਣ ਕਰਕੇ, ਜੇ ਕੋਈ ਕਵੇ ਮੈਂ ਸੁਣ ਕਰਕੇ ਪਰਮੇਸ਼ਰ ਦਾ ਅੰਤ ਪਾ ਲਵਾਂ, ਗੁਰਮੁਖੋ ਨਹੀਂ। ਪਾਵਨ ਗੁਰਬਾਣੀ ਦੇ ਬਚਨ ਹਨ, ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਰੀਣੇ ਕੰਨ। ਵੇਖ ਕਰਕੇ ਦੁਨੀਆ ਦੇ ਰੰਗ ਤਮਾਸ਼ੇ, ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਆ, ਪਰ ਅੱਖਾਂ ਨਾਲ ਤੱਕ ਕਰਕੇ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ। ਅੱਖੀਂ ਦੇਖ ਪਤੀਣੀਆਂ, ਸੁਣ ਰੀਣੇ ਕੰਨ। ਕੰਨ ਸੁਣ ਕਰਕੇ ਤੇ ਗੁਰਮੁਖੋ ਬੋਲੇ ਹੋ ਗਿਆ, ਪਰ ਪਰਮੇਸ਼ਰ ਦੀ ਜਸ ਵਡਿਆਈ ਦਾ ਅਜੇ ਤੱਕ ਅੰਤ ਨਹੀਂ ਆ ਸਕਿਆ। ਪਰਮੇਸ਼ਰ ਦੀ ਜਸ ਵਡਿਆਈ ਵੇਖ ਕਰਕੇ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਿਆ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਜੀਵ ਆਨੰਦ ਖੁਸ਼ੀ ਖੇੜਾ ਪ੍ਰਾਪਤ ਕਰ ਸਕਦਾ ਹੈ ਕੰਨਾਂ ਦੇ ਨਾਲ ਸੁਣਨਾ, ਅੱਖਾਂ ਦੇ ਨਾਲ ਵੇਖਣਾ, ਹੱਥਾਂ ਦੇ ਨਾਲ ਸੇਵਾ ਕਰਦਾ, ਪੈਰਾਂ ਦੇ ਨਾਲ ਧਰਤੀ ਨੂੰ ਤੁਰਦਾ, ਧਰਤੀ ਤੇ ਤੁਰਦਾ, ਪਰ ਆਖਰਕਾਰ ਹੱਥ ਥੱਕ ਗਏ, ਪੈਰ ਥੱਕ ਗਏ, ਪਰ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ।
ਜ਼ਿੰਦਗੀ ਵਿੱਚ ਕਿੱਥੋਂ ਤੁਰਿਆ, ਬੱਚੇ ਨੇ ਤੁਰਨਾ ਕਦੋਂ ਆਰੰਭ ਕੀਤਾ ਤੇ ਮੰਜੇ ਤੇ ਕਦੋਂ ਬੈਠਾ ਹੈ। ਜੀਵ ਨੂੰ ਕੋਈ ਸੋਝੀ ਨਹੀਂ ਕਿ ਮੈਂ ਤੁਰਨਾ ਕਦੋਂ ਸ਼ੁਰੂ ਕੀਤਾ ਸੀ ਤੇ ਮੰਜੇ ਤੇ ਕਦੋਂ ਬੈਠਾ ਹੈ। ਜੀਵ ਨੂੰ ਕੋਈ ਸੋਝੀ ਨਹੀਂ, ਪਰ ਸਿੱਧ ਲੋਕੋ ਪਰਮੇਸ਼ਰ ਦਾ ਵੇਖ ਕਰਕੇ ਸੁਣ ਕਰਕੇ ਕਦੇ ਵੀ ਅੰਤ ਨਹੀਂ ਪਾ ਸਕਦਾ ਹੈ। ਅੰਤ ਨਾ ਜਾਪੈ। ਫਿਰ ਜਿਹੜਾ ਪਰਮੇਸ਼ਰ ਹੈ ਅੰਤ ਨਾ ਜਾਪੈ, ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ। ਪਰ ਜਿਹੜੇ ਅੰਤ ਜਾਣਨ ਦਾ ਯਤਨ ਕਰਦੇ ਆ ਉਹਨਾਂ ਦਾ ਆਪਣਾ ਅੰਤ ਹੋ ਜਾਂਦਾ ਹੈ। ਇੱਕ ਬੰਦੇ ਦੇ ਸਵਾਸ ਹੀ ਅਣਗਿਣਤ ਸਵਾਸ ਆ। ਬੰਦੇ ਦੀ ਸੋਚ ਅਨੁਸਾਰ, ਸੰਸਾਰ ਦੀ ਸੋਚ ਅਨੁਸਾਰ ਬੰਦੇ ਦੇ ਸਵਾਸ ਅਣਗਿਣਤ ਆ, ਪਰ ਪਰਮੇਸ਼ਰ ਨੇ ਗਿਣਤੀ ਦੇ ਸਵਾਸ ਪਾਏ ਆ। ngਣ ਘਾਲੈ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ ਸਾਰ। ਬੰਦਾ ਤੇ ਆਪਣੇ ਸਵਾਸਾਂ ਦੀ ਗਿਣਤੀ ਨਹੀਂ ਕਰ ਸਕਦਾ ਕਿ ਮੈਂ ਰਾਤ ਨੂੰ ਸਵਾਸ ਕਿੰਨੇ ਲਏ ਆ, ਦਿਨੇ ਸਵਾਸ ਕਿੰਨੇ ਲਏ ਆ। ਮੇਰੇ ਬਚਪਨ ਤੋਂ ਲੈ ਕਰਕੇ ਮੇਰੇ ਸਵਾਸਾਂ ਦਾ ਅੰਤ ਕਦੋਂ ਹੋਣਾ। ਜ਼ਿੰਦਗੀ ਦੇ ਗੁਰਮਖੋ ਸਵਾਸਾਂ ਦਾ ਬੰਦਾ ਅੰਤ ਨਹੀਂ ਪਾ ਸਕਦਾ, ਗਿਣਤੀ ਨਹੀਂ ਕਰ ਸਕਦਾ ਹੈ। ਕਿਆ ਮਨ ਮੰਤ ਅੰਤ ਨਾ ਜਾਪੈ, ਨਹੀਂ ਜਾਣ ਸਕਦਾ ਪਰਮੇਸ਼ਰ ਦੇ ਬਾਰੇ। ਕਿਆ ਮਨ ਮੰਤ, ਪਰਮੇਸ਼ਰ ਦਾ ਮਤਾ ਕੀ ਆ ਕੋਈ ਜਾਣ ਨਹੀਂ ਸਕਦਾ। ਪਾਵਨ ਗੁਰਬਾਣੀ ਦੇ ਬਚਨ ਹਨ, ਪੁੱਛ ਨਾ ਸਾਜੈ ਪੁੱਛ ਨਾ ਢਾਹੈ, ਪੁੱਛ ਨਾ ਲੇਵਾ ਦੇ ਬੇਵਜੀਰ ਬੜੇ ਧੀਰ। ਪਰਮੇਸ਼ਰ ਦਾ ਗੁਰਮੁਖੋ ਕੋਈ ਸਲਾਹ ਕਰ ਲੈ, ਜੇ ਕਿਸੇ ਦੇ ਨਾਲ ਉਹ ਸਲਾਹ ਕਰੇ, ਰਾਏ ਮਸ਼ਵਰਾ ਕਰੇ ਤੇ ਫੇਰ ਹੀ ਪਤਾ ਲੱਗੇ ਕਿ ਪਰਮੇਸ਼ਰ ਦੇ ਮਨ ਵਿੱਚ ਕੀ ਆ। ਪਰਮੇਸ਼ਰ ਨੇ ਸ੍ਰਿਸ਼ਟੀ ਕਦੋਂ ਪੈਦਾ ਕੀਤੀ ਆ। ਹੁਣ ਵੇਖੋ ਸਾਰੀ ਦੁਨੀਆ ਤੇ ਕੋਰੋਨਾ ਵਾਇਰਸ ਹੋ ਜਾਂਦਾ, ਕਿਸੇ ਨੂੰ ਪਤਾ ਸੀ ਕਿ ਕੀ ਹੋਣਾ ਹੈ? ਗੁਰਮੁਖੋ ਨਹੀਂ। ਆਮ ਤੌਰ ਤੇ ਵੱਡੇ ਵੱਡੇ ਜਿਹੜੇ ਸਿਆਣੇ ਬਣੇ ਫਿਰਦੇ ਸੀ ਕਿ ਸਾਇੰਸ ਕੂਕਦੇ ਸੀ, ਨਵੀਂ ਤਕਨੀਕ। ਡਾਕਟਰ ਰੱਬ ਦਾ ਰੂਪ ਹੁੰਦੇ ਆ। ਗੁਰਮੁਖੋ ਨਹੀਂ, ਨਵੀਂ ਤਕਨੀਕ ਵੀ ਨਹੀਂ, ਨਵੀਂ ਸਾਇੰਸ ਵੀ ਨਹੀਂ, ਨਵੀਂ ਸੋਚ ਵੀ ਨਹੀਂ, ਡਾਕਟਰ ਵੀ ਨਹੀਂ। ਅਕਸਰ ਤੇ ਇਹਨਾਂ ਜੀਵਾਂ ਨੂੰ ਬਣਾਇਆ ਤੇ ਪਰਮੇਸ਼ਰ ਨੇ ਆ। ਕਿਸੇ ਨੂੰ ਪਤਾ ਸੀ ਕਿ ਕਰੋਨਾ ਵਾਇਰਸ ਬਿਮਾਰੀ ਦੁਨੀਆ ਤੇ ਲੱਗੇਗੀ। ਗੁਰਮੁਖੋ ਕਿਸੇ ਨੂੰ ਪਤਾ ਨਹੀਂ। ਪਰਮੇਸ਼ਰ ਦੇ ਮਤੇ ਦਾ, ਪਰਮੇਸ਼ਰ ਦੇ ਸਲਾਹ ਦਾ, ਪਰਮੇਸ਼ਰ ਦਾ ਕੋਈ ਸਲਾਹਕਾਰ ਨਹੀਂ, ਉਹਨੂੰ ਸਲਾਹ ਦੇਣ ਵਾਲਾ ਕੋਈ ਨਹੀਂ। ਜਿਸ ਤਰ੍ਹਾਂ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ, ਉਹਦੇ ਸਲਾਹਕਾਰ ਹੁੰਦੇ ਆ, ਵਜ਼ੀਰ ਹੁੰਦੇ ਆ, ਉਹਨਾਂ ਦੇ ਵਿੱਚ ਬਹਿ ਕਰਕੇ ਕੋਈ ਮਤਾ ਪਕਾਇਆ ਜਾਂਦਾ, ਕਾਨੂੰਨ ਬਣਾਇਆ ਜਾਂਦਾ। ਪਰ ਪਰਮੇਸ਼ਰ ਦਾ ਕੋਈ ਵੀ ਸਲਾਹਕਾਰ ਨਹੀਂ, ਪਰਮੇਸ਼ਰ ਦੇ ਬਾਰੇ ਕੋਈ ਨਹੀਂ ਜਾਣਦਾ। ਪਰ ਜਿਹੜੇ ਜਾਣਦੇ ਆ ਉਹ ਗੁਰਮੁਖੋ ਦੁਨੀਆ ਦੇ ਲੋਕਾਂ ਨੂੰ ਦੱਸਦੇ ਨਹੀਂ। ਜੇਕਰ ਦੁਨੀਆ ਦੇ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਬਿਮਾਰੀ ਫੈਲਣੀ ਆ, ਗੁਰਮੁਖੋ ਦੁਨੀਆ ਦੇ ਲੋਕਾਂ ਨੇ ਇਹਦਾ ਪ੍ਰਬੰਧ ਕਰ ਲੈਣਾ ਸੀ। ਜਿਸ ਤਰ੍ਹਾਂ ਕਿ ਦਰਿਆ ਵਿੱਚ ਹੜ੍ਹ ਆਉਂਦਾ ਉਹਦਾ ਪਤਾ ਲੱਗ ਜਾਂਦਾ। ਪਿੰਡਾਂ ਦੇ ਲੋਕ ਆਪੋ ਆਪਣਾ ਸਾਜੋ ਸਮਾਨ ਪਿੰਡਾਂ ਵਿੱਚੋਂ ਕੱਢ ਕਰਕੇ ਤੇ ਕਿਸੇ ਸੁਖਾਲੀ ਥਾਂ ਤੇ ਚਲੇ ਜਾਂਦੇ ਆ। ਪਤਾ ਲੱਗ ਗਿਆ ਨਾ। ਪਰ ਪਰਮੇਸ਼ਰ ਦੇ ਮਤੇ ਦਾ, ਮਸ਼ਵਰੇ ਦਾ, ਸਲਾਹ ਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਪਰਮੇਸ਼ਰ ਨੇ ਕੀ ਕਰਨਾ। ਪੁੱਛ ਨਾ ਸਾਜੇ ਪੁੱਛ ਨਾ ਢਾਹੇ। ਉਹ ਕਿਸੇ ਦੀ ਰਾਏ ਲੈ ਕਰਕੇ ਸ੍ਰਿਸ਼ਟੀ ਨੂੰ ਪੈਦਾ ਨਹੀਂ ਕਰਦਾ। ਕਿਸੇ ਦੀ ਸਲਾਹ ਲੈ ਕਰਕੇ ਤੇ ਪਰਮੇਸ਼ਰ ਦੀ, ਵਾਹਿਗੁਰੂ, ਦੁਨੀਆ ਦਾ ਅੰਤ ਨਹੀਂ ਕਰਦਾ। ਕਿਸੇ ਦੀ ਸਲਾਹ ਲੈ ਕਰਕੇ ਜੀਵ ਨੂੰ ਪੈਦਾ ਨਹੀਂ ਕਰਦਾ। ਕਿਸੇ ਦੀ ਸਲਾਹ ਲੈ ਕਰਕੇ ਤੇ ਗੁਰਮੁਖੋ ਜੀਵ ਨੂੰ ਕਦੇ ਵਾਸਤੇ ਰਿਜ਼ਕ ਵੀ ਨਹੀਂ ਦਿੰਦਾ। ਕਿਸੇ ਦੀ ਸਲਾਹ ਲੈ ਕਰਕੇ ਜੀਵ ਨੂੰ ਮਾਰਦਾ ਵੀ ਨਹੀਂ ਪਰਮੇਸ਼ਰ। ਜੇਕਰ ਇਹ ਗੱਲਾਂ
ਕਿਸੇ ਦੇ ਹੱਥ ਵੱਸ ਵਿੱਚ ਹੁੰਦੀਆਂ ਫਿਰ ਜਿਵੇਂ ਇੱਕ ਦੂਜੇ ਦੇ ਵਿਰੋਧੀ ਲੋਕ ਹੁੰਦੇ ਆ, ਉਹਨਾਂ ਨੇ ਤੇ ਵਿਰੋਧੀ ਨੂੰ ਭੁੱਖੇ ਮਾਰ ਦੇਣਾ ਸੀ, ਜਾਂ ਆਪਣੀ ਮਰਜ਼ੀ ਦੇ ਅਨੁਸਾਰ ਦੁਨੀਆ ਦੇ ਲੋਕਾਂ ਨੂੰ ਪੈਦਾ ਕਰਨਾ ਸੀ ਤੇ ਦੁਨੀਆ ਆਪਣੀ ਮਰਜ਼ੀ ਦੇ ਅਨੁਸਾਰ ਪਾਲਣਾ ਤੇ ਆਪਣੀ ਮਰਜ਼ੀ ਦੇ ਅਨੁਸਾਰ ਮਾਰਨਾ ਸੀ। ਗੁਰਮੁਖੋ ਨਹੀਂ। ਭਾਈ ਗੁਰਦਾਸ ਜੀ ਦਾ ਕਥਨ ਹੈ, ਜੜੀ ਬੂਟੀ ਜੇ ਜੀਵ ਹੈ ਕੋ ਮਰੇ ਤਨੰਤਰ। ਜੇਕਰ ਦਵਾਈਆਂ ਦੇ ਨਾਲ ਮਨੁੱਖ ਜਿਉਂਦਾ ਰਹਿੰਦਾ ਤੇ ਫਿਰ ਤਨੰਤਰ ਵੈਦ ਨੇ ਤੇ ਕਦੇ ਮਰਨਾ ਹੀ ਨਹੀਂ ਸੀ। ਜੇਕਰ ਦਵਾਈਆਂ ਦੇ ਨਾਲ, ਇਲਾਜ ਦੇ ਨਾਲ ਦੁਨੀਆ ਦੇ ਲੋਕ ਬਚਦੇ ਆ, ਡਾਕਟਰ ਆਪਾਂ ਕਹਿ ਦਿੰਨੇ ਆ ਕਿ ਡਾਕਟਰ ਨੇ ਬਚਾਤਾ, ਗੁਰਮੁਖੋ ਫਿਰ ਡਾਕਟਰ ਤੇ ਮਰਨੀ ਨਾ। ਨਹੀਂ, ਮਾਰਨਾ, ਰੱਖਣਾ, ਪੈਦਾ ਕਰਨਾ, ਇਹ ਗੁਰਮੁਖੋ ਇੱਕ ਪਰਮੇਸ਼ਰ ਦੇ ਵਸ ਆ, ਦੁਨੀਆ ਦੇ ਵਸ ਨਹੀਂ। ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲੋਗੇ ਨਾ, ਆਮ ਹੀ ਲੋਕਾਂ ਨੇ ਮੂੰਹ ਦੇ ਉੱਪਰ ਕੱਪੜਾ ਲਪੇਟਿਆ ਹੁੰਦਾ, ਹੱਥ ਲਪੇਟੇ ਹੁੰਦੇ ਆ, ਨੇੜੇ ਆਉਣ ਤੋਂ ਸੰਕੋਚ ਕਰਦੇ ਆ ਕਿ ਮੈਨੂੰ ਮੇਰੇ ਸਰੀਰ ਨੂੰ ਇਹਦੇ ਕੋਲੋਂ ਕੋਈ ਬਿਮਾਰੀ ਨਾ ਲੱਗ ਜਾਵੇ। ਜੇ ਬਿਮਾਰੀ ਲੱਗ ਗਈ ਤੇ ਮੈਂ ਮਰ ਜਾਣਾ। ਗੁਰਮੁਖਾ ਯਾਦ ਰੱਖ, ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ ਉਹਨੇ ਤੈਨੂੰ ਆਪ ਮਾਰਨਾ। ਹਮੇਸ਼ਾ ਜੀਵ ਮੌਤ ਤੋਂ ਡਰਦਾ। ਹਰ ਇੱਕ ਜੀਵ ਜੰਤ ਨੂੰ ਗੁਰਮੁਖੋ ਮੌਤ ਤੋਂ ਡਰ ਲੱਗਦਾ। ਕਿਉਂ? ਪਰਮੇਸ਼ਰ ਨੂੰ ਜਪਿਆ ਨਹੀਂ, ਪਰਮੇਸ਼ਰ ਨੂੰ ਯਾਦ ਨਹੀਂ ਕੀਤਾ, ਪਰਮੇਸ਼ਰ ਨੂੰ ਮੰਨਿਆ ਨਹੀਂ, ਇਸ ਕਰਕੇ ਮੌਤ ਤੋਂ ਡਰ ਲੱਗਦਾ। ਕੌਣ ਡਰਦਾ? ਸਾਰੀ ਦੁਨੀਆ ਡਰਦੀ ਹੈ ਮੌਤ ਤੋਂ। ਗੁਰਮੁਖੋ ਸਾਰੀ ਦੁਨੀਆ ਡਰਦੀ, ਜੀਵ ਜੰਤੂ। ਚਾਰ ਜਿਹੜੀਆਂ ਖਾਣੀਆਂ ਪਰਮੇਸ਼ਰ ਨੇ ਬਣਾਈਆਂ, ਚਾਰੇ ਖਾਣੀਆਂ ਮੌਤ ਤੋਂ ਡਰਦੀਆਂ, ਪਰ ਪਰਮੇਸ਼ਰ ਦੇ ਪਿਆਰੇ ਗੁਰਮੁਖੋ ਮੌਤ ਤੋਂ ਨਹੀਂ ਡਰਦੇ। ਪਾਵਨ ਗੁਰਬਾਣੀ ਦੇ ਬਚਨ ਹਨ, ਕਬੀਰ ਜਿਸ ਮਰਨੇ ਤੇ ਜਗ ਡਰੈ, ਸਾਰਾ ਜਗ ਮੌਤ ਤੋਂ ਡਰਦਾ। ਵੇਖੋ ਮੂੰਹ ਲਪੇਟੇ ਆ। ਕਦੇ ਸਮਾਂ ਸੀ ਮੋਟਰਸਾਈਕਲ ਜਾਂ ਸਕੂਟਰ ਤੇ ਕਿਸੇ ਮਨੁੱਖ ਨੇ ਮੂੰਹ ਬੰਨਿਆ ਹੁੰਦਾ ਤੇ ਪ੍ਰਸ਼ਾਸਨ ਵਾਲੇ ਉਹਦਾ ਚਲਾਨ ਕਰਦੇ ਸਨ ਕਿ ਮੂੰਹ ਤੇ ਕੱਪੜਾ ਕਿਉਂ ਬੰਨਿਆ, ਤੇਰੀ ਪਛਾਣ ਨਹੀਂ ਆਉਂਦੀ, ਤੂੰ ਮੂੰਹ ਤੇ ਕੱਪੜਾ ਬੰਨਿਆ, ਕਾਨੂੰਨ ਦੀ ਉਲੰਘਣਾ ਕੀਤੀ, ਤੇਰਾ ਚਲਾਨ ਉਹਦਾ ਗੁਰਮੁਖੋ ਚਲਾਨ ਕਰਦੇ ਸਨ। ਪਰਮੇਸ਼ਰ ਬੇਅੰਤ ਆ। ਹੁਣ ਜਦੋਂ ਕੋਈ ਆਪਣੇ ਘਰੋਂ ਨਿਕਲਦਾ, ਜੇ ਕਿਸੇ ਦਾ ਮੂੰਹ ਨੰਗਾ ਤੇ ਪੁਲਿਸ ਵਾਲੇ ਉਹਦਾ ਚਲਾਨ ਕਰਦੇ ਆ ਕਿ ਤੂੰ ਮੂੰਹ ਬੰਨਿਆ ਕਿਉਂ ਨਹੀਂ। ਅੱਜ ਤੋਂ 6 ਮਹੀਨੇ ਪਹਿਲਾਂ ਪ੍ਰਸ਼ਾਸਨ ਵਾਲੇ ਚਲਾਨ ਕਰਦੇ ਸੀ ਕਿ ਤੂੰ ਮੂੰਹ ਬੰਨਿਆ ਕਿਉਂ ਆ। ਅੱਜ ਪੁਲਿਸ ਵਾਲੇ ਚਲਾਨ ਕਰਦੇ ਆ ਕਿ ਤੂੰ ਮੂੰਹ ਬੰਨਿਆ ਕਿਉਂ ਨਹੀਂ। ਤੈਨੂੰ ਪਤਾ ਨਹੀਂ ਭਿਆਨਕ ਬਿਮਾਰੀ ਦੁਨੀਆ ਤੇ ਫੈਲੀ ਆ। ਆਪ ਮਰੇਗਾ ਨਾਲੇ ਲੋਕਾਂ ਨੂੰ ਮਾਰੇਗਾ। ਗੁਰਮੁਖੋ ਤੁਹਾਡੀ ਭੁੱਲ ਆ। ਬੰਦੇ ਤੋਂ ਬੰਦਾ ਮਰਦਾ ਨਹੀਂ, ਬੰਦੇ ਤੋਂ ਬੰਦੇ ਨੂੰ ਰੋਗ ਵੀ ਨਹੀਂ ਲੱਗਦਾ। ਰੋਗ ਲੱਗਦਾ ਜੀਵ ਦੇ ਕੀਤੇ ਕਰਮਾਂ ਦੇ ਅਨੁਸਾਰ। ਜਿਸ ਬੰਦੇ ਨੂੰ ਰੋਗ ਲੱਗਣਾ, ਦੁਨੀਆ ਦੀ ਤਾਕਤ ਉਹਨੂੰ ਰੋਕ ਨਹੀਂ ਸਕਦੀ। ਜਿਸ ਜੀਵ ਨੂੰ ਰੋਗ ਲੱਗਣਾ ਨਹੀਂ, ਉਹਨੂੰ ਕੋਈ ਦੁਨੀਆ ਦੀ ਤਾਕਤ ਰੋਗ ਲਾ ਨਹੀਂ ਸਕਦੀ। ਇਹ ਬੰਦੇ ਦੀ ਭੁੱਲ ਆ। ਸਾਰੇ ਨੇ ਹੱਥ ਲਪੇਟੇ ਹੁੰਦੇ ਆ, ਮੂੰਹ ਢੱਕਿਆ ਹੁੰਦਾ, ਮੈਨੂੰ ਰੋਗ ਨਾ ਲੱਗ ਜਾਵੇ, ਮੈਂ ਮਰ ਨਾ ਜਾਵਾਂ। ਤੇ ਗੁਰਮੁਖਾ ਯਾਦ ਰੱਖ, ਮੂੰਹ ਢੱਕ, ਆਪਣਾ ਸਿਰ ਢੱਕ, ਸਾਰੇ ਸਰੀਰ ਨੂੰ ਢੱਕ ਕੇ ਰੱਖ। ਪਰ ਜਿਸ ਦਿਨ ਮੌਤ ਨੇ ਆਉਣਾ, ਤੇਰੇ ਸਾਰੇ ਦਰਵਾਜ਼ੇ ਭਾਵੇਂ ਤੂੰ ਬੰਦ ਕੀਤੇ ਆ, ਇਹ ਸਾਰੇ ਦਰਵਾਜ਼ਿਆਂ ਨੂੰ ਤੋੜ ਕਰਕੇ ਤੇਰੀ ਆਤਮਾ ਸਰੀਰ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਵੱਖਰੀ ਕਰ ਲੈਣੀ ਆ।
ਇਹ ਕੈਸਾ ਦੁਨੀਆ ਦਾ, ਕਿਹੋ ਜਿਹਾ ਦੁਨੀਆ ਦਾ ਵਰਤੀਰਾ ਹੈ। ਪਹਿਲਾਂ ਮੂੰਹ ਬੰਨਣ ਦਾ ਚਲਾਨ ਹੋ, ਮੂੰਹ ਨੰਗਾ ਰੱਖਣ ਦਾ ਚਲਾਨ ਆ। ਇਹ ਅਪਰਾਧ ਆ ਗੁਰਮਖੋ, ਇਹ ਪਰਮੇਸ਼ਰ ਦੀ ਬਿਆਨਤਾਈ ਆ। ਅੱਜ ਤੋਂ 6 ਮਹੀਨੇ ਕੁਝ ਹੋਰ ਵਰਤਾਰਾ ਤੇ ਹੁਣ ਹੋਰ ਵਰਤਾਰਾ। ਸਮਾਂ ਬੀਤਣ ਤੋਂ ਬਾਅਦ ਪਤਾ ਨਹੀਂ ਦੁਨੀਆ ਦਾ ਕੀ ਰਵੱਈਆ ਬਣਨਾ। ਜੇ ਗੁਰਮਖਾ ਤੂੰ ਮਰਨ ਤੋਂ ਡਰਦਾ, ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਆ, ਪੂਰਨ ਪਰਮਾਨੰਦ। ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜਿਸ ਮੌਤ ਤੋਂ ਦੁਨੀਆ ਦੇ ਲੋਕ ਡਰਦੇ ਆ, ਉਸ ਮੌਤ ਦੀ ਅਸੀਂ ਉਡੀਕ ਕਰਦੇ ਆ ਕਿ ਜਿਸ ਦਿਨ ਸਾਡੇ ਸਵਾਸਾਂ ਦਾ ਅੰਤ ਹੋਵੇਗਾ, ਉਸ ਦਿਨ ਪੂਰਨ ਤੌਰ ਤੇ ਸਾਨੂੰ ਆਨੰਦ, ਖੁਸ਼ੀ, ਖੇੜਾ ਪ੍ਰਾਪਤ ਹੋਵੇਗਾ। ਤੇ ਸੱਚੇ ਪਾਤਸ਼ਾਹ ਭਗਤਾਂ ਦੀ ਗੁਰਬਾਣੀ ਦੁਆਰਾ ਮੌਤ ਦੇ ਪ੍ਰਥਾਏ ਕਥਨ ਕਰਦੇ ਆ। ਮਲਕਲ ਮੌਤ ਦਾ ਆਵਸੀ, ਸਭ ਦਰਵਾਜੇ ਭੰਨ। ਗੁਰਮਖਾ ਤੇਰੇ ਸਰੀਰ ਦੇ ਸਾਰੇ ਦਰਵਾਜੇ ਤੋੜ ਕਰਕੇ, ਜੀਵ ਨੇ ਆਪਣਾ ਘਰ ਬਣਾਇਆ ਹੁੰਦਾ ਨਾ, ਤੇ ਉਹਨੂੰ ਦਰਵਾਜ਼ਾ ਲਾਉਂਦਾ ਤੇ ਦਰਵਾਜ਼ੇ ਨੂੰ ਬੰਦ ਕਰਕੇ ਰੱਖਦਾ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੇ ਘਰ ਵਿੱਚ ਕੋਈ ਆ ਨਾ ਸਕੇ। ਇਸੇ ਤਰ੍ਹਾਂ ਸਰੀਰ ਵੀ ਇੱਕ ਗੁਰਮਖੋ ਘਰ ਆ। ਇਹਦੇ ਵੀ ਪਰਮੇਸ਼ਰ ਨੇ 9 ਦਰਵਾਜ਼ੇ ਰੱਖੇ ਆ, 10ਵਾਂ ਗੁਪਤ ਰਖਾਇਆ। ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰਕੇ ਰੱਖਦਾ ਕਿ ਮੈਂ ਮਰਨਾ ਨਹੀਂ। ਮੈਂ ਨਾ ਮਰੋ ਮਰਬੋ ਸੰਸਾਰਾ, ਮੈਂ ਨਹੀਂ ਮਰਨਾ, ਦੁਨੀਆ ਦੇ ਲੋਕਾਂ ਨੇ ਮਰ ਜਾਣਾ। ਤੇ ਗੁਰਮਖਾ ਯਾਦ ਰੱਖ, ਮਲਕਲ ਮੌਤ ਦਾ ਆਵਸੀ, ਸਭ ਦਰਵਾਜ਼ੇ ਭੰਨ। ਜਦੋਂ ਸੋਤੇ ਸਿੱਧ ਮੌਤ ਨੇ ਆਉਣਾ, ਤੇਰੇ ਸਰੀਰ ਦੇ ਸਾਰੇ ਦਰਵਾਜ਼ੇ ਉਹਨੇ ਤੋੜ ਦੇਣੇ ਆ। ਤੇਰੇ ਤੋਂ ਮੌਤ ਰੋਕਿਆ ਰੁਕਣੀ ਨਹੀਂ। ਦੁਨੀਆ ਦੇ ਬੜੇ ਮਹਾਨ ਜੇਤੂ ਜਰਨੈਲ ਹੋਏ ਆ, ਜਿਨ੍ਹਾਂ ਨੇ ਆਪਣੇ ਨਾਮ ਦਾ ਸਿੱਕਾ ਦੁਨੀਆ ਤੇ ਚਲਾਇਆ ਤੇ ਜਿੱਤਾਂ ਪ੍ਰਾਪਤ ਕੀਤੀਆਂ। ਪਰ ਨਹੀਂ, ਮੌਤ ਨੂੰ ਗੁਰਮਖੋ ਕੋਈ ਨਹੀਂ ਜਿੱਤ ਸਕਿਆ। ਮੌਤ ਹਰ ਇੱਕ ਤੇ ਭਾਰੂ ਆ, ਹਰ ਇੱਕ ਤੇ ਪ੍ਰਬਲ ਆ। ਹਰ ਇੱਕ ਜੀਵ ਨੇ ਮਰਨਾ, ਪਰ ਗੁਰਮਖੋ ਪਰਮੇਸ਼ਰ ਦੇ ਪਿਆਰਿਆਂ ਦਾ ਤੇ ਦੁਨੀਆ ਦੇ ਲੋਕਾਂ ਦਾ ਮਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਦੁਨੀਆ ਦੇ ਲੋਕ ਮਰਦੇ ਆ, ਪਰ ਪਰਮੇਸ਼ਰ ਦੇ ਪਿਆਰੇ ਆਪ ਜਾਂਦੇ ਆ। ਅੱਜ ਤੱਕ ਦੁਨੀਆ ਦੇ ਲੋਕਾਂ ਨੂੰ ਮਰਨ ਦਾ ਤਰੀਕਾ ਨਹੀਂ ਆਇਆ। ਪਾਵਨ ਗੁਰਬਾਣੀ ਦੇ ਬਚਨ ਹਨ, ਕਬੀਰ ਮਰਤਾ ਮਰਤਾ ਜਗ ਮੁਆ। ਮਰਦਾ ਮਰਦਾ ਸੰਸਾਰ ਦੁਨੀਆ ਤੋਂ ਤੁਰਿਆ ਜਾਂਦਾ, ਮਰਦਾ ਜਾਂਦਾ, ਪਰ ਅਜੇ ਤੱਕ ਦੁਨੀਆ ਦੇ ਲੋਕਾਂ ਨੂੰ ਮਰਨ ਦਾ ਤਰੀਕਾ ਨਹੀਂ ਆਇਆ। ਮਰ ਪੀ ਨਾ ਜਾਣਿਆ ਕੋਈ, ਅਜੇ ਤੱਕ ਗੁਰਮਖੋ ਕਿਸੇ ਨੂੰ ਵੀ ਮਰਨ ਦਾ ਤਰੀਕਾ ਨਹੀਂ ਆਇਆ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ ਜੀਵ। ਤੂੰ ਇਹੋ ਜੀ ਮੌਤ ਮਰ, ਤੈਨੂੰ ਦੁਬਾਰਾ ਜੰਮ ਕਰਕੇ ਤੇ ਮਰਨਾ ਨਾ ਪਵੇ। ਕਿਹੜੀ ਮੌਤ ਮਰਨਾ ਸੀ? ਸੰਸਾਰ ਵੱਲੋਂ ਮਰਨਾ ਸੀ। ਵਾਸ਼ਨਾ ਮਾਰਨੀਆਂ ਸੀ ਆਪਣੀਆਂ, ਫਿਰ ਵਾਸ਼ਨਾ ਨੂੰ ਮਾਰਿਆ ਨਹੀਂ, ਪਦਾਰਥ ਤੇ ਸਵਾਰਥ ਦਾ ਲਾਲਚ ਰਗਿਆ ਰਿਹਾ। ਅਜੇ ਤੱਕ ਕੋਈ ਵਿਰਲੇ ਆ ਸੰਸਾਰ ਦੇ ਉੱਪਰ ਪਰਮੇਸ਼ਰ ਦੇ ਪਿਆਰੇ ਗੁਰਮਖੋ ਜਿਨ੍ਹਾਂ ਨੂੰ ਮਰਨ ਦਾ ਢੰਗ ਆਇਆ, ਮਰਨ ਦਾ ਤਰੀਕਾ ਆਇਆ। ਜਿਨ੍ਹਾਂ ਨੂੰ ਮਰਨ ਦਾ ਤਰੀਕਾ ਆਇਆ, ਉਹ ਗੁਰਮਖੋ ਦੁਬਾਰਾ ਜੰਮਦੇ ਨਹੀਂ ਤੇ ਜੰਮ ਕਰਕੇ ਕਦੇ ਮਰਦੇ ਵੀ ਨਹੀਂ। ਬੜੇ ਦੁਨੀਆ ਦੇ ਉੱਪਰ ਸਿਆਣੇ ਲੋਕ ਤੁਹਾਨੂੰ ਮਿਲਣਗੇ, ਸਿਆਣਪਾਂ ਦੱਸਣਗੇ ਵੀ ਆ ਕੰਮ ਬੰਦਾ ਨਾ ਕਰੇ ਤੇ ਕਦੇ ਮਰਦਾ ਨਹੀਂ। ਗੁਰਮਖੋ ਇੱਕ ਅਫਲਾਤੂ ਨਾਂ ਦਾ ਦੁਨੀਆ ਤੇ ਇਨਸਾਨ ਪੈਦਾ ਹੋਇਆ।
ਜਿਹੜਾ ਬੰਦਾ ਜ਼ਿਆਦਾ ਤੇਜ਼ ਤਰਾਰ ਤੇ ਚਤਰ ਚਲਾਕ ਹੋਵੇ, ਆਪਾਂ ਕਹਿੰਦੇ ਨੇ ਕਿ ਇਹ ਬੰਦਾ ਬੜਾ ਅਫਲਾਤੂ ਆ। ਉਸ ਅਫਲਾਤੂ ਨੇ ਆਪਣੀ ਸ਼ਕਤੀ ਦੇ ਨਾਲ ਆਪਣੇ ਵਰਗੇ ਅਣਗਿਣਤ ਅਫਲਾਤੂ ਪੈਦਾ ਕੀਤੇ ਸਨ। ਜਦੋਂ ਮੌਤ ਦਾ ਫਰਿਸ਼ਤਾ ਅਫਲਾਤੂ ਨੂੰ ਲੈਣ ਵਾਸਤੇ ਆਇਆ, ਉਹਨਾਂ ਨੂੰ ਇੱਕ ਵਾਰ ਭੁਲੇਖਾ ਪੈ ਗਿਆ। ਮੌਤ ਦਾ ਫਰਿਸ਼ਤਾ ਧਰਮ ਰਾਜੇ ਕੋਲੇ ਵਾਪਸ ਮੁੜ ਗਿਆ। ਧਾਰਮਿਕ ਗ੍ਰੰਥਾਂ ਦਾ ਕਥਨ ਹੈ, ਕਹਿਣ ਲੱਗੇ ਉਥੇ ਤੇ ਅਫਲਾਤੂ ਦੀ ਪਛਾਣ ਹੀ ਨਹੀਂ ਆਉਂਦੀ, ਕਿਹੜੇ ਅਫਲਾਤੂ ਨੂੰ ਲੈ ਕੇ ਆਉਣਾ ਹੈ। ਫਿਰ ਪਰਮੇਸ਼ਰ ਨੇ ਸੋਝੀ ਦਿੱਤੀ, ਜਾਓ ਹੁਣ ਉਹਨਾਂ ਮੂਰਤਾਂ ਨੂੰ ਵੇਖਣਾ, ਵੇਖ ਕਰਕੇ ਕਹਿ ਦੇਣਾ ਕਿ ਬੜੀ ਸੋਹਣੀ ਮੂਰਤ ਹੈ, ਪਰ ਇਹਦਾ ਨੱਕ ਸੋਹਣਾ ਨਹੀਂ। ਅਗਲੀ ਵੇਖਣੀ ਆ, ਕਹਿ ਦੇਣਾ ਕਿ ਮੂਰਤ ਬੜੀ ਸੋਹਣੀ ਆ, ਪਰ ਇਹਦੀਆਂ ਅੱਖਾਂ ਸੋਹਣੀਆਂ ਨਹੀਂ। ਅਗਲੀ ਮੂਰਤ ਸ਼ਕਲ ਨੂੰ ਦੇਖਣਾ, ਕਹਿ ਦੇਣਾ ਕਿ ਇਹਦੀ ਮੂਰਤ ਬੜੀ ਸੋਹਣੀ, ਪਰ ਇਹਦੇ ਕੰਨ ਨਹੀਂ ਸੋਹਣੇ। ਜਦੋਂ ਤੁਸੀਂ ਉਹਨਾਂ ਵਿੱਚ ਨੁਕਸ ਕੱਢੋਗੇ, ਆਖਰਕਾਰ ਅਫਲਾਤੂ ਜਿਹੜਾ ਅਸਲ ਹੈ ਉਹਨੇ ਬੋਲ ਪੈਣਾ ਹੈ। ਜਦੋਂ ਬੋਲੇਗਾ ਝੱਟ ਉਹਨੂੰ ਪਕੜ ਲੈਣਾ। ਇਸੇ ਤਰ੍ਹਾਂ ਹੋਇਆ, ਮੌਤ ਦਾ ਫਰਿਸ਼ਤਾ ਗੁਰਮੁਖੋ ਅਫਲਾਤੂ ਨੂੰ ਲੈਣ ਵਾਸਤੇ ਆਇਆ। ਸ਼ਕਲ ਦੇਖੀ ਆ, ਕਹਿਣ ਲੱਗਾ ਕਿ ਬੜੀ ਸੋਹਣੀ ਆ, ਪਰ ਇਹਦਾ ਨੱਕ ਨਹੀਂ ਸੋਹਣਾ। ਦੂਜੇ ਨੂੰ ਦੇਖਿਆ, ਬਹੁਤ ਸ਼ਕਲ ਇਹਦੀ ਸੋਹਣੀ ਆ, ਪਰ ਇਹਦੀਆਂ ਅੱਖਾਂ ਨਹੀਂ ਸੋਹਣੀਆਂ। ਦੋ ਚਾਰ ਸੂਰਤਾਂ ਸ਼ਕਲਾਂ ਦੇ ਵਿੱਚ ਨੁਕਸ ਕੱਢਿਆ ਤੇ ਜਿਹੜਾ ਅਸਲ ਅਫਲਾਤੂ ਸੀ ਗੁਰਮੁਖੋ ਬੋਲ ਪਿਆ। ਕਹਿਣ ਲੱਗਾ, ਤੁਸੀਂ ਕੌਣ ਆ? ਮੇਰੀ ਬਣਾਈ ਸੂਰਤ ਦੇ ਵਿੱਚ ਕਮੀਆਂ ਕੱਢਣ ਵਾਲੇ। ਝੱਟ ਹੀ ਮੌਤ ਦੇ ਫਰਿਸ਼ਤੇ ਨੇ ਗੁਰਮੁਖੋ ਦੀ ਤਾਣ ਮਰੋੜ ਲਈ, ਮਾਰ ਕਰਕੇ ਦੁਨੀਆ ਤੋਂ ਲੈ ਗਿਆ। ਜਿਹੜੇ ਦੁਨੀਆ ਤੇ ਆਪਣੇ ਆਪ ਨੂੰ ਅਫਲਾਤੂ ਸਮਝਦੇ ਸਨ ਕਿ ਅਸੀਂ ਮਰਨਾ ਨਹੀਂ, ਗੁਰਮੁਖੋ ਮੌਤ ਤੋਂ ਡਰਦਿਆਂ ਜਿਹੜੇ ਅਮੀਰ ਲੋਕ ਹੁੰਦੇ ਆ, ਉਹ ਬੁਲਟ ਪ੍ਰੂਫ ਜਾਕਟਾਂ ਪਾਉਂਦੇ ਆ ਕਿ ਮੇਰੇ ਤੇ ਕਿਸੇ ਨੇ ਵਾਰ ਕੀਤਾ ਤੇ ਬੁਲਟ ਪ੍ਰੂਫ ਨੇ ਮੇਰੀ ਸਹਾਇਤਾ ਕਰਨੀ ਆ, ਮੈਨੂੰ ਗੋਲੀ ਨਹੀਂ ਲੱਗਣ ਦੇਣੀ। ਇਸੇ ਤਰ੍ਹਾਂ ਗੁਰਮੁਖੋ ਕਈਆਂ ਮੌਤ ਤੋਂ ਡਰਦਿਆਂ ਨੇ ਆਪਣੀਆਂ ਬੁਲਟ ਪ੍ਰੂਫ ਗੱਡੀਆਂ ਰੱਖੀਆਂ ਹੁੰਦੀਆਂ ਕਿ ਗੱਡੀ ਵਿੱਚ ਧਮਾਕਾ ਨਾ ਹੋ ਜਾਵੇ। ਯਾਦ ਰੱਖ ਪ੍ਰੇਮੀਆਂ, ਤੇਰੀ ਬੁਲਟ ਪ੍ਰੂਫ ਜਾਕਟ ਨੇ ਤੇਰੀ ਸਹਾਇਤਾ ਨਹੀਂ ਕਰਨੀ। ਜਦੋਂ ਪਰਮੇਸ਼ਰ ਨੇ ਤੇਰੇ ਸਵਾਸਾਂ ਦਾ ਅੰਤ ਕਰਨਾ, ਤੇਰੀ ਗੱਡੀ ਨੇ ਵੀ ਸਹਾਇਤਾ ਨਹੀਂ ਕਰਨੀ। ਵੇਖੋ ਬੰਦਾ ਮੌਤ ਤੋਂ ਕਿੰਨਾ ਡਰਦਾ, ਬਚਨ ਦੇ ਕਰੋੜਾਂ ਯਤਨ ਕਰਦਾ, ਤੇ ਫਿਰ ਪਰਮੇਸ਼ਰ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ngਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ ਸਾਰ। ਤਿਲ ਇੱਕ ਛੋਟਾ ਜਿਹਾ ਬੀਜ ਹੈ, ਤਿਲ ਮਾਤਰ ਦਾ ਸਮਾਂ ਵੀ ਸਵਾਸ ਨਾ ਤਾਂ ਗੁਰਮੁਖਾਂ ਵਧਣੇ ਆ ਨਾ ਘਟਣੇ ਆ। ਪਰ ਸਾਰੀ ਜ਼ਿੰਦਗੀ ਬੰਦਾ ਮੌਤ ਤੋਂ ਬਚਣ ਦਾ ਯਤਨ ਕਰਦਾ, ਪਰ ਆਖਰਕਾਰ ਉਹ ਦਿਨ ਆ ਜਾਂਦਾ ਜਿਸ ਦਿਨ ਸਮਾਂ ਪੂਰਾ ਹੋ ਗਿਆ, ਸਵਾਸਾਂ ਦਾ ਅੰਤ। ਪਰਮੇਸ਼ਰ ਨੇ ਜਿਹੜੀ ਮੋਹਲਤ ਦਿੱਤੀ ਸੀ ਮੌਤ ਦੀ, ਉਹ ਆ ਗਈ ਆ। ਫਿਰ ਜੀਵ ਨੂੰ ਅੱਗੇ ਲਾ ਕਰਕੇ ਮੌਤ ਦਾ ਫਰਿਸ਼ਤਾ ਧਰਮਰਾਜੀ ਦੀ ਦਰਗਾਹ ਵਿੱਚ ਲੈ ਜਾਂਦਾ। ਹਰ ਇੱਕ ਬੰਦੇ ਦੀ ਸੋਚ ਹੁੰਦੀ ਆ ਕਿ ਮੈਂ ਦੁਨੀਆ ਵਿੱਚ ਵੱਡਾ ਬਣਨ ਦਾ ਯਤਨ ਕਰਾਂ। ਘਾਟ ਨਾ ਕਿਨਹੀ ਕਹਾਇਆ ਕਿ ਮੈਂ ਕਿਸੇ ਤੋਂ ਘੱਟ ਨਹੀਂ ਰਹਿਣਾ, ਮੈਂ ਸਾਰੀ ਦੁਨੀਆ ਦੇ ਲੋਕਾਂ ਤੋਂ ਅੱਗੇ ਲੰਘਣਾ, ਵੱਡੇ ਬਣਨਾ। ਉਹਨਾਂ ਵੱਡਿਆਂ ਦੇ ਪਰਥਾਈ ਪਾਵਨ ਗੁਰਬਾਣੀ ਦੇ ਵਚਨ ਹਨ, ਵੱਡਾ ਹੋਆ ਦੁਨੀਦਾਰ, ਬਨ ਸੰਗਲ ਘੱਤ ਚਲਾਇਆ, ਅਗਾ ਕਰਨੀ ਕੀਰਤ ਵਾਚਿਐ ਬਹਿ ਲੇਖਾ, ਕਰ ਸਮਝਾਇਆ। ਦੁਨੀਆ ਦੀ ਨਿਗਾਹ ਵਿੱਚ ਤੂੰ ਵੱਡਾ ਹੋ ਸਕਦਾ ਗੁਰਮੁਖਾ, ਪਰਮੇਸ਼ਰ ਦੀ ਨਿਗਾਹ ਵਿੱਚ ਵੱਡਾ ਨਹੀਂ। ਜਦੋਂ ਮੌਤ ਦਾ ਸਮਾਂ ਆਇਆ ਨਾ, ਬਨ ਸੰਗਲ ਘੱਤ ਚਲਾਇਆ। ਜਿਵੇਂ ਪੁਲਿਸ ਵਾਲੇ ਹੱਥ ਕੜੀ ਲਾਉਂਦੇ ਆ ਤੇ
ਕੋਰਟ ਵਿੱਚ ਕਚਹਿਰੀ ਵਿੱਚ ਪੇਸ਼ ਕਰਦੇ ਆ। ਇਸੇ ਤਰ੍ਹਾਂ ਮੌਤ ਦੇ ਫਰਿਸ਼ਤੇ ਨੇ ਵੀ ਤੈਨੂੰ ਸੰਗਲਾਂ ਦੇ ਨਾਲ ਬੰਨਣਾ, ਪੈਰਾਂ ਨੂੰ ਬੇੜੀਆਂ। ਜਿਹੜਾ ਜ਼ਿਆਦਾ ਖਤਰਨਾਕ ਪ੍ਰਸ਼ਾਸਨ ਵਾਲਿਆਂ ਨੂੰ ਬੰਦਾ ਲੱਗੇ ਨਾ ਕਿ ਬਹੁਤ ਖਤਰਨਾਕ ਹੈ, ਉਹਦੇ ਪੈਰਾਂ ਵਿੱਚ ਬੇੜੀ ਪਾ ਜਾਂਦੇ ਆ, ਹੱਥ ਨੂੰ ਹੱਥ ਕੜੀ ਲਾ ਦਿੰਦੇ ਆ। ਇਸੇ ਤਰ੍ਹਾਂ ਯਾਦ ਰੱਖੀ ਪ੍ਰੇਮੀਆਂ, ਜਦੋਂ ਤੂੰ ਮਰਿਆ ਮੌਤ ਦੇ ਫਰਿਸ਼ਤੇ ਨੇ ਤੇਰੇ ਪੈਰਾਂ ਵਿੱਚ ਬੇੜੀ ਪਾਉਣੀ ਤੇ ਹੱਥ ਨੂੰ ਹੱਥ ਕੜੀ ਲਾਉਣੀ ਆ। ਵੱਡਾ ਹੋਆ ਦੁਨੀਦਾਰ ਬੰਨ ਸੰਗਲ ਘੱਤ ਚਲਾਇਆ, ਸੰਗਲਾਂ ਦੇ ਨਾਲ ਬੰਨ ਕਰਕੇ ਤੈਨੂੰ ਅੱਗੇ ਲਾ ਲੈਣਾ। ਇੱਕ ਸਰਕਾਰ ਦਾ ਕਾਨੂੰਨ ਆ ਕਿ ਜਿਸ ਬੰਦੇ ਨੂੰ ਕਚਹਿਰੀ ਵਿੱਚ ਪੇਸ਼ ਕਰਨਾ ਨਾ, ਪੇਸ਼ ਕਰਨ ਵਾਲਾ ਅਫਸਰ ਜਾਂ ਮੁਲਾਜ਼ਮ ਮਗਰ ਹੁੰਦਾ ਹੈ, ਦੋਸ਼ੀ ਨੂੰ ਅੱਗੇ ਲਾ ਕੇ ਲਿਜਾਂਦੇ ਕਚਹਿਰੀ ਦੇ ਵਿੱਚ। ਇਸੇ ਤਰ੍ਹਾਂ ਜਦੋਂ ਧਰਮ ਰਾਜੇ ਦੀ ਕਚਹਿਰੀ ਵਿੱਚ ਪ੍ਰੇਮੀਆਂ ਤੈਨੂੰ ਪੇਸ਼ ਕੀਤਾ, ਉਹਨਾਂ ਨੇ ਵੀ ਸੰਗਲ ਬੰਨ ਕਰਕੇ, ਸੰਗਲਾਂ ਵਿੱਚ ਬੰਨ ਕੇ ਤੈਨੂੰ ਬੰਨ ਸੰਗਲ ਘੱਤ ਚਲਾਇਆ, ਤੈਨੂੰ ਅੱਗੇ ਲਾ ਕੇ ਲਿਜਾਣਾ। ਰਹਿਣ ਦਾ ਯਤਨ ਕਰੇਗਾ ਪਰ ਗੁਰਮੁਖਾ ਤੇਰੇ ਤੋਂ ਰਿਹਾ ਨਹੀਂ ਜਾਣਾ। ਮੌਤ ਤੋਂ ਡਰਦੇ ਰਾਵਣ ਨੇ ਕਿੰਨੇ ਯਤਨ ਕੀਤੇ ਸੀ ਕਿ ਮੈਂ ਮਰਾਂ ਨਾ। ਇਸੇ ਤਰ੍ਹਾਂ ਪ੍ਰਹਿਲਾਦ ਦੇ ਪਿਤਾ ਹਰਨਾਕਸ਼ ਨੇ ਕਿੰਨੇ ਯਤਨ ਕੀਤੇ ਸਨ ਕਿ ਮੈਂ ਮਰਾਂ ਨਾ, ਪਰ ਜਦੋਂ ਗੁਰਮੁਖੋ ਮੌਤ ਆਉਂਦੀ ਆ ਉਹ ਟਲਦੀ ਨਹੀਂ। ਜਿੰਨਾ ਚਿਰ ਬੰਦੇ ਦੇ ਸਵਾਸ ਹਨ ਉਹਨਾਂ ਚਿਰ ਦੁਨੀਆ ਦੀ ਤਾਕਤ ਕੋਈ ਮਾਰ ਨਹੀਂ ਸਕਦੀ। ਤੇ ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚੋਂ ਸੱਦਾ ਆ ਗਿਆ, ਉਦੋਂ ਕੋਈ ਦੁਨੀਆ ਦੀ ਤਾਕਤ ਰੱਖ ਨਹੀਂ ਸਕਦੀ। ਪਰ ਅਕਸਰ ਦੁਨੀਆ ਦੇ ਲੋਕ ਮਰਨ ਤੋਂ ਡਰਦੇ ਆ। ਸਾਰੀ ਦੁਨੀਆ ਦੇ ਲੋਕ, ਸਾਰੀ ਦੁਨੀਆ ਡਰਦੀ, ਇਹ ਨਹੀਂ ਵੀ 1 2 4 10 20 ਡਰਦੇ ਆ। ਜਿਨ੍ਹਾਂ ਕੋਲੇ ਇੰਨੀਆਂ ਫੋਰਸਾਂ ਨੇ ਗੁਰਮੁਖੋ ਕਾਦੇ ਵਾਸਤੇ ਰੱਖੀਆਂ ਕਿ ਮੈਂ ਮਰਾਂ ਨਾ। ਮੰਤਰੀ ਹੁੰਦੇ ਆ, ਉਹਨਾਂ ਨੇ ਸੁਰੱਖਿਆ ਗਾਰਡ ਰੱਖੀ ਹੁੰਦੀ, ਕਾਦੇ ਵਾਸਤੇ ਕਿ ਮੈਨੂੰ ਕੋਈ ਮਾਰ ਨਾ ਦੇਵੇ। ਜਿੱਡਾ ਵੱਡਾ ਮੰਤਰੀ ਹੁੰਦਾ ਉਨੀ ਜ਼ਿਆਦੀ ਫੋਰਸ ਹੁੰਦੀ ਆ। ਜਦੋਂ ਮੁੱਖ ਮੰਤਰੀ ਨੇ ਆਉਣਾ ਹੁੰਦਾ, 4 5 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਹੋ ਜਾਂਦੀ ਆ, ਇਹਨੂੰ ਕੋਈ ਮਾਰ ਨਾ ਦੇਵੇ। ਪਰ ਗੁਰਮੁਖੋ ਜਿਸ ਦਿਨ ਬੰਦੇ ਦੇ ਸਵਾਸਾਂ ਦਾ ਅੰਤ ਹੋਣਾ, ਉਸ ਦਿਨ ਕੋਈ ਵੀ ਰੱਖ ਦੁਨੀਆ ਦੀ ਤਾਕਤ ਬਚਾ ਨਹੀਂ ਸਕਦੀ ਹੈ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ, ਨਹੀਂ ਜਾਣਿਆ ਜਾ ਸਕਦਾ ਕੀਤਾ ਆਕਾਰ। ਪਰਮੇਸ਼ਰ ਨੇ ਇਸ ਧਰਤੀ ਦਾ ਆਕਾਰ, ਬਨਾਵਟ ਕਿਸ ਤਰ੍ਹਾਂ ਦੀ ਬਣਾਈ ਆ ਜਾਂ ਕਦੋਂ ਬਣਾਈ ਆ, ਨਹੀਂ ਜਾਣ ਸਕਦਾ। ਪਰਮੇਸ਼ਰ ਦੀ ਬਣਾਈ ਪ੍ਰਕਿਰਤੀ ਦਾ ਪਾਰਾਵਾਰ ਨਹੀਂ ਜਾਣ ਸਕਦਾ ਕਿ ਕਦੋਂ ਪੈਦਾ ਕੀਤੀ, ਕਿਸ ਤਰ੍ਹਾਂ ਪੈਦਾ ਕੀਤੀ ਆ, ਕਿਸ ਦੀ ਸਲਾਹ ਲੈ ਕਰਕੇ ਪੈਦਾ ਕੀਤੀ। ਆਕਾਰ ਬਣਾਈ ਹੋਈ ਸ੍ਰਿਸ਼ਟੀ ਬਾਰੇ ਕੋਈ ਨਹੀਂ ਜਾਣਦਾ ਹੈ। ਅੰਤ ਨਾ ਜਾਪੈ ਪਾਰਾਵਾਰ, ਜਿਸ ਤਰ੍ਹਾਂ ਇੱਕ ਵਗਦੀ ਨਦੀ ਤੇ ਦਰਿਆ ਹੁੰਦਾ ਹੈ, ਉਹਦੇ 2 ਕਿਨਾਰੇ, ਇੱਕ ਆਰਲਾ ਤੇ ਇੱਕ ਪਾਰਲਾ। ਪਰਮੇਸ਼ਰ ਦਾ ਕੋਈ ਆਰਲਾ ਕਿਨਾਰਾ ਤੇ ਪਾਰਲਾ ਕਿਨਾਰਾ ਨਹੀਂ ਅਜੇ ਤੱਕ ਲੱਭ ਸਕਿਆ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਨੇ ਸੰਸਾਰ ਬਣਾਇਆ, ਇਹਦੇ ਵੀ 2 ਕਿਨਾਰਿਆਂ ਦਾ ਕੋਈ ਅੰਤ ਨਹੀਂ ਪਾ ਸਕਿਆ। ਤੇ ਆਰਲਾ ਕਿਨਾਰਾ ਤੇ ਪਾਰਲਾ ਕਿਹੜਾ, ਔਰ ਵਾਰ ਦਾ ਤੇ ਪਾਰ ਦਾ ਸਿੱਧ ਲੋਕੋ ਅਜੇ ਤੱਕ ਕੋਈ ਅੰਤ ਨਹੀਂ ਪਾ ਸਕਿਆ ਹੈ। ਅੰਤ ਕਾਰਨ ਕੀਤੇ ਬਿਲ ਲਾਹੇ, ਸੱਚੇ ਪਾਤਸ਼ਾਹ ਫਿਰ ਕਈਆਂ ਨੇ ਯਤਨ ਕੀਤਾ ਹੋਣਾ ਅੰਤ ਪਾਉਣ ਦਾ। ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਮਝਾਉਂਦੇ ਆ, ਅੰਤ ਕਾਰਨ ਕੀਤੇ ਬਿਲ ਲਾਹੇ। ਬੇਅੰਤ ਜੋਗੀਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਪਾਉਣ ਦਾ ਯਤਨ ਕੀਤਾ। ਬੇਅੰਤ ਵਿਦਵਾਨ ਲੋਕਾਂ ਨੇ ਵਿਦਿਆ ਪੜ੍ਹ ਕਰਕੇ ਵਿਦਵਾਨ ਬਣ ਗਏ,
ਤੇ ਪਰਮੇਸ਼ਰ ਦਾ ਅੰਤ ਪਾਉਣ ਦਾ ਯਤਨ ਕੀਤਾ। ਜੋਗੀ ਜਤੀ 6 ਜਤੀ 9 ਨਾਤ 84 ਸਿੱਧ ਇਹ ਵੀ ਯਤਨ ਕਰਦੇ ਰਹੇ, ਪਰ ਜੋਗੀ ਲੋਕ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ। ਵਿਦਿਆ ਦੇ ਧਨੀ ਵਿਦਿਆ ਦੇ ਮਾਰਤੰਡ ਬਣ ਗਏ, ਪਰ ਵਿਦਿਆ ਪੜ੍ਹ ਕੇ ਵਿਦਿਆ ਵਿਚਾਰ ਕਰਕੇ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ ਹਨ। ਤਾਕੇ ਅੰਤ ਨਾ ਪਾਏ ਜਾਹੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਹੈ। ਇਹੋ ਅੰਤ ਨਾ ਜਾਣੈ ਕੋਏ। ਫਿਰ ਇਹੋ ਅੰਤ ਜਿਹੜਾ ਜੀਵ ਪਰਮੇਸ਼ਰ ਨੇ ਪੈਦਾ ਕੀਤਾ, ਪਰ ਜਦੋਂ ਅੰਤ ਪਾਉਣ ਦਾ ਯਤਨ ਕਰਦਾ ਤੇ ਉਸ ਜੀਵ ਦਾ ਆਪਣਾ ਹੀ ਅੰਤ ਹੋ ਜਾਂਦਾ। ਨਾ ਜਾਣੇ ਕੋਈ, ਪਰਮੇਸ਼ਰ ਦਾ ਅੰਤ ਨਹੀਂ ਕੋਈ ਪਾ ਸਕਦਾ ਹੈ। ਬਹੁਤਾ ਕਹੀਐ ਬਹੁਤਾ ਹੋਏ। ਜੇਕਰ ਪਰਮੇਸ਼ਰ ਨੂੰ ਬਹੁਤਾ ਕਹਿਣ ਦਾ ਯਤਨ ਕਰਾਂਗੇ ਤੇ ਅੱਗੇ ਅੱਗੇ ਪਰਮੇਸ਼ਰ ਵਿੱਚ ਵਾਧਾ ਅੱਗੇ ਅੱਗੇ ਵੱਧਦਾ ਜਾਂਦਾ ਹੈ। ਵੱਡਾ ਸਾਹਿਬ ਉੱਚਾ ਥਾਓ। ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੋਂ ਵੱਡਾ ਹੈ। ਸਾਹਿਬ ਸਾਰੀ ਸ੍ਰਿਸ਼ਟੀ ਦਾ ਮਾਲਕ ਆ, ਉੱਚਾ ਥਾਉ। ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਜਿਹੜਾ ਉਹਦਾ ਥਾਂ ਰਹਿਣ ਵਾਲੀ ਜਗ੍ਹਾ, ਉਹ ਗੁਰਮੁਖੋ ਸਾਰਿਆਂ ਤੋਂ ਉੱਚਾ। ਸਤ ਸੰਗ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਵਿਚਾਰ, ਪਾਵਨ ਗੁਰਬਾਣੀ ਦਾ ਕੀਰਤਨ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ, ਇਹ ਸਭ ਤੋਂ ਵੱਡਾ। ਕਿਸੇ ਵਿਦਵਾਨ ਕਵੀ ਦੇ ਬਚਨ ਹਨ, ਚੌਂਕੀਦਾਰ ਝੁਕਦਾ ਨੰਬਰਦਾਰ ਅੱਗੇ। ਆਮ ਪਿੰਡਾਂ ਵਿੱਚ ਪੁਰਾਤਨ ਸਮੇਂ ਦੀ ਇੱਕ ਰਵਾਇਤ ਆ, ਪਿੰਡ ਵਿੱਚ ਪਿੰਡ ਦੇ ਲੋਕਾਂ ਨੂੰ ਸੱਦਾ ਪੱਤਰ ਦੇਣ ਵਾਸਤੇ ਚੌਂਕੀਦਾਰ ਜਾਂ ਰਖਵਾਲੀ ਕਰਨ ਵਾਸਤੇ ਚੌਂਕੀਦਾਰ ਰੱਖੇ ਹੁੰਦੇ ਸਨ। ਇੱਕ ਪਿੰਡ ਦਾ ਨੰਬਰਦਾਰ ਹੁੰਦਾ ਹੈ। ਨੰਬਰਦਾਰ ਪਿੰਡ ਦਾ ਮੋਹਤਬਾਰ ਹੁੰਦਾ ਹੈ। ਚੌਂਕੀਦਾਰ ਝੁਕਦਾ ਨੰਬਰਦਾਰ ਅੱਗੇ, ਨੰਬਰਦਾਰ ਝੁਕਦਾ ਸੂਬੇਦਾਰ ਅੱਗੇ। ਸੂਬੇਦਾਰ ਇੱਕ ਸੂਬੇ ਦਾ ਜਿਹੜਾ ਮਾਲਕ ਹੁੰਦਾ ਸੀ, ਜਿਸ ਤਰ੍ਹਾਂ ਕਿ ਅੱਜ ਕੱਲ ਮੁੱਖ ਮੰਤਰੀ ਹੈ। ਚੌਂਕੀਦਾਰ ਨੂੰ ਨੰਬਰਦਾਰ ਦੇ ਅੱਗੇ ਝੁਕਣਾ ਪੈਂਦਾ ਸੀ ਤੇ ਨੰਬਰਦਾਰ ਨੂੰ ਪਿੰਡ ਦੇ ਲੋੜਾਂ ਵਾਸਤੇ, ਕੰਮਾਂ ਕਾਰਜਾਂ ਵਾਸਤੇ ਸੂਬੇਦਾਰ ਦੇ ਅੱਗੇ ਝੁਕਣਾ ਪੈਂਦਾ ਸੀ। ਸੂਬੇਦਾਰ ਝੁਕਦਾ ਬਾਦਸ਼ਾਹ ਸਰਕਾਰ ਅੱਗੇ, ਤੇ ਜਿਹੜਾ ਸਾਰੇ ਦੇਸ਼ ਦਾ ਬਾਦਸ਼ਾਹ ਹੁੰਦਾ ਸੀ ਨਾ, ਉਹਦੇ ਅੱਗੇ ਸੂਬੇਦਾਰ ਨੂੰ ਝੁਕ ਕਰਕੇ ਸਲਾਮ ਕਰਨੀ ਪੈਂਦੀ ਸੀ। ਜਿਸ ਤਰ੍ਹਾਂ ਕਿ ਆਮ ਸੂਬਿਆਂ ਦੇ ਮੁੱਖ ਮੰਤਰੀ ਹੁੰਦੇ ਆ, ਪ੍ਰਧਾਨ ਮੰਤਰੀ ਕੋਲੇ ਜਾਂਦੇ ਆ, ਉਹਨੂੰ ਸਿਜਦਾ ਕਰਦੇ ਆ, ਉਹਦਾ ਉੱਠ ਕੇ ਸਤਿਕਾਰ ਕਰਦੇ ਆ। ਫਿਰ ਉਸ ਵਿਦਵਾਨ ਨੇ ਅੱਗੇ ਕਥਨ ਕੀਤਾ, ਬਾਦਸ਼ਾਹ ਵੀ ਝੁਕਦਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਅੱਗੇ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦਰਬਾਰ ਐਸਾ, ਇਹਦੇ ਅੱਗੇ ਹਰ ਇੱਕ ਨੂੰ ਝੁਕਣਾ ਪੈਂਦਾ, ਤੇ ਜਿਹੜਾ ਨਹੀਂ ਨਾ ਝੁਕਦਾ, ਇਹ ਗੁਰਮਤਿ ਦਾ ਇੱਕ ਬੋਲਾ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਅੜਿਆ, ਉਹ ਝੜ ਗਿਆ, ਦੁਨੀਆ ਤੋਂ ਨਾਸ਼ ਹੋ ਗਿਆ, ਉਹ ਮਿੱਟੀ ਵਿੱਚ ਮਿਲ ਗਿਆ, ਦੁਬਾਰਾ ਹੋਂਦ ਵਿੱਚ ਨਹੀਂ ਆਇਆ। ਬਾਦਸ਼ਾਹ ਬਾਬਰ ਨੇ ਏਮਨਾਬਾਦ ਤੇ ਹਮਲਾ ਕੀਤਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੌਤਕ ਵੇਖੇ, ਬੰਦੀ ਬਣਾਇਆ, ਉੱਥੋਂ ਦੇ ਲੋਕਾਂ ਨੂੰ ਲੁੱਟਿਆ ਵੀ ਤੇ ਕੁੱਟਿਆ ਵੀ। ਇਹ ਸਰਕਾਰਾਂ ਦੇ ਗੁਰਮੁਖੋ ਅਕਸਰ ਕੰਮ ਹੁੰਦੇ ਆ, ਪਹਿਲਾਂ ਕੁੱਟਣਾ, ਦਹਿਸ਼ਤ ਪਾਉਣੀ ਤੇ ਫਿਰ ਲੁੱਟਣਾ। ਬਾਬਰ ਦਾ ਪਹਿਲਾ ਹਮਲਾ ਸੀ ਹਿੰਦੁਸਤਾਨ ਦੇ ਉੱਪਰ, ਏਮਨਾਬਾਦ ਤੇ ਹਮਲਾ ਕੀਤਾ, ਉੱਥੋਂ ਦੇ ਲੋਕਾਂ ਨੂੰ ਮਾਰਿਆ, ਕੁੱਟਿਆ ਤੇ ਲੁੱਟਿਆ ਤੇ ਬੰਦੀ ਬਣਾਇਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੀ ਬੰਦੀ ਬਣਾਇਆ। ਸਮਾਨ ਦੀ ਪੰਡ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸੀਸ ਦੇ ਉੱਪਰ ਰੱਖੀ ਤੇ ਇੱਕ ਘੋੜਾ ਅਲੀਅੜ
ਉਹ ਭਾਈ ਮਰਦਾਨੇ ਨੂੰ ਫੜਾ ਦਿੱਤਾ। ਇੱਕ ਪੰਡ ਭਾਈ ਬਾਲਾ ਜੀ ਦੇ ਸਿਰ ਉੱਪਰ ਰੱਖੀ ਆ ਤੇ ਸੱਚੇ ਪਾਤਸ਼ਾਹ ਦੇ ਸੀਸ ਉੱਪਰ ਜਿਹੜੀ ਪੰਡ ਰੱਖੀ ਆ ਨਾ, ਐਲਕਾਰਾਂ ਨੇ ਵੇਖਿਆ ਕਿ ਉਹ ਸਵਾ ਹੱਥ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਿਰ ਤੋਂ ਉੱਪਰ ਨਾਲ ਨਾਲ ਤੁਰੀ ਜਾਂਦੀ ਹੈ। ਗੁਰੂ ਸਾਹਿਬ ਦੇ ਕੌਤਕ ਸਨ। ਜਿਹੜਾ ਘੋੜਾ ਬੜੇ ਬਲ ਦੇ ਨਾਲ ਭਾਈ ਮਰਦਾਨਾ ਜੀ ਨੇ ਪਕੜ ਕਰਕੇ ਰੱਖਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਕਹਿੰਦੇ, ਭਾਈ ਮਰਦਾਨਿਆ ਨਾਮ ਜਪ। ਤੇ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਕਰਕੇ ਭਾਈ ਮਰਦਾਨੇ ਨੇ ਕਿਹਾ, ਸੱਚੇ ਪਾਤਸ਼ਾਹ ਮੈਂ ਬੜੇ ਯਤਨ ਦੇ ਨਾਲ ਘੋੜੇ ਨੂੰ ਫੜਿਆ, ਜੇਕਰ ਛੁੱਟ ਗਿਆ ਤੇ ਇਹ ਮੈਨੂੰ ਤਾੜਨਗੇ, ਮਾਰਨਗੇ, ਕੁੱਟਣਗੇ। ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਨਹੀਂ ਸਾਡਾ ਬਚਨ ਮੰਨ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸਾਡੇ ਵਰਗਾ ਹੁੰਦਾ ਤੇ ਸ਼ਾਇਦ ਨਾ ਮੰਨਦਾ ਸੀ। ਅੱਜ ਬਹੁਤਾਤ ਗਿਣਤੀ ਵਿੱਚ ਗੁਰੂ ਦੇ ਬਚਨ ਨੂੰ ਮੰਨਣ ਨੂੰ ਤਿਆਰ ਨਹੀਂ, ਉਲਟੀਆਂ ਤਰਕਾਂ ਕਰਦੇ ਆ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ, ਘੋੜੇ ਨੂੰ ਛੱਡ ਦਿੱਤਾ। ਜਿਵੇਂ ਕਿਸੇ ਨੇ ਪੜਾਇਆ ਹੁੰਦਾ, ਉਹ ਘੋੜਾ ਭਾਈ ਮਰਦਾਨਾ ਜੀ ਦੇ ਮਗਰ ਤੁਰਿਆ ਹੁੰਦਾ। ਇਹ ਕੌਤਕ ਬਾਬਰ ਬਾਦਸ਼ਾਹ ਦੇ ਐਲਕਾਰਾਂ ਵਜ਼ੀਰਾਂ ਨੇ ਦੇਖੇ, ਨਜ਼ਰ ਬੰਦ ਕੀਤਾ, ਦਾਣੇ ਪੀਣ ਵਾਸਤੇ ਦਿੱਤੇ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਵੀ ਦਾਣੇ ਪੀਣ ਵਾਸਤੇ ਦਿੱਤੇ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਚੱਕੀ ਆਪੇ ਚੱਲਦੀ, ਭਾਈ ਮਰਦਾਨੇ ਦੀ ਚੱਕੀ ਆਪੇ ਚੱਲਦੀ ਆ, ਪਰ ਦਾਣੇ ਪਾਈ ਜਾਂਦੇ ਆ। ਜਦੋਂ ਆਪੇ ਚੱਕੀ ਚੱਲੀ, ਵਜ਼ੀਰਾਂ ਐਲਕਾਰਾਂ ਨੇ ਬਾਬਰ ਬਾਦਸ਼ਾਹ ਨੂੰ ਦੱਸਿਆ ਕਿ ਆਪਾਂ ਫਕੀਰ ਪਕੜ ਕਰਕੇ ਲਿਆਂਦੇ, ਪਰ ਉਹਨਾਂ ਦੀ ਅਜੀਬ ਕੌਤਕ ਆ। ਲੁੱਟ ਮਾਰ ਦਾ ਸਮਾਨ ਜਿਹੜਾ ਉਹਨਾਂ ਦੇ ਸਿਰ ਤੇ ਰੱਖਿਆ, ਉਹ ਸਵਾ ਹੱਥ ਪੰਡਾਂ ਉੱਚੀਆਂ ਸਨ। ਅੜੀਅਲ ਘੋੜਾ ਆਪਣੇ ਆਪ ਮਗਰ ਤੁਰਿਆ ਆਉਂਦਾ ਸੀ। ਹੁਣ ਚੱਕੀ ਆਪੇ ਚੱਲਦੀ ਆ, ਉਹ ਵਿੱਚ ਦਾਣੇ ਪਾਈ ਜਾਂਦੇ। ਅਜੀਬ ਕੌਤਕ ਆ। ਬਾਦਸ਼ਾਹ ਹੈਰਾਨ ਹੋਇਆ, ਕੋਲੇ ਸੱਦਿਆ, ਬੜਾ ਪ੍ਰਸੰਨ ਹੋਇਆ ਤੇ ਸੱਚੇ ਪਾਤਸ਼ਾਹ ਨੇ ਉੱਥੇ ਪਾਵਨ ਗੁਰਬਾਣੀ ਵੀ ਉਚਾਰਨ ਕੀਤੀ। ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਸੱਚੇ ਪਾਤਸ਼ਾਹ ਨੇ ਇਹ ਬਾਬਰ ਬਾਣੀ ਉੱਥੇ ਉਚਾਰਨ ਕੀਤੀ। ਮਾਫੀ ਮੰਗੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਕੋਲੋਂ। ਮੰਗਿਆ ਕਿ ਸੱਚੇ ਪਾਤਸ਼ਾਹ ਮੇਰਾ ਪੀੜੀ ਦਰ ਪੀੜੀ ਰਾਜ ਚੱਲੇ ਹਿੰਦੁਸਤਾਨ ਦੀ ਧਰਤੀ ਤੇ। ਬਾਬਰ ਨੇ ਮੰਗ ਕਰਕੇ ਰਾਜ ਲਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਜਿੰਨਾ ਚਿਰ ਨਿਆਂ ਕਰੋਗੇ ਰਾਜ ਰਵੇਗਾ। ਜਦੋਂ ਪਰਜਾ ਦੇ ਨਾਲ ਧੱਕੇਸ਼ਾਹੀ ਕਰੋਗੇ, ਅਸੀਂ ਆਪਣੇ ਸੀਸ ਦੀ ਕੁਰਬਾਨੀ ਦੇ ਕਰਕੇ ਤੇਰਾ ਰਾਜ ਨਾਸ਼ ਕਰ ਦਿਆਂਗੇ, ਖੋਹ ਲਵਾਂਗੇ। ਗੁਰਮੁਖੋ, 4 ਪਾਤਸ਼ਾਹੀਆਂ ਤੱਕ ਰਾਜ ਅਟਲ ਰਿਹਾ। 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ। 6ਵੇਂ ਪਾਤਸ਼ਾਹ ਨੇ ਸ਼ਾਹਜਹਾਨ ਦੇ ਨਾਲ ਜੰਗ ਕੀਤੇ। ਅੱਗੇ ਗੁਰਮੁਖੋ ਔਰੰਗਜ਼ੇਬ ਦਾ ਰਾਜ ਆਇਆ। 9ਵੇਂ ਪਾਤਸ਼ਾਹ ਦੀ ਸ਼ਹੀਦੀ, 3 ਸਿੱਖਾਂ ਦੀ ਸ਼ਹੀਦੀ ਹੋਈ। 4 ਸਾਹਿਬਜ਼ਾਦੇ ਸ਼ਹੀਦ, ਅਣਗਿਣਤ ਸਿੱਖਾਂ ਦੀਆਂ ਕੁਰਬਾਨੀਆਂ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਤੀਰ ਦੀ ਨੋਕ ਦੇ ਨਾਲ ਕਾਈ ਦਾ ਬੂਟਾ ਪੁੱਟ ਕਰਕੇ ਹਿੰਦੁਸਤਾਨ ਦੀ ਧਰਤੀ ਤੋਂ ਮੁਗਲ ਰਾਜ ਦੀਆਂ ਜੜ੍ਹਾਂ ਪੱਟ ਦਿੱਤੀਆਂ। ਗੁਰਮੁਖੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਕੁਰਬਾਨੀ ਆ। ਬਚਨਾਂ ਨਾਲ ਰਾਜ ਦਿੱਤਾ, ਗੁਰੂ ਘਰ ਨਾਲ ਮੱਥਾ ਲਾਇਆ। ਉਸ ਰਾਜ ਦਾ ਗੁਰਮੁਖੋ ਅੰਤ ਹੋ ਗਿਆ। ਦੁਬਾਰਾ ਰਾਜ ਸੱਤਾ ਮੁਗਲ ਸਰਕਾਰ ਕੋਲ ਹਿੰਦੁਸਤਾਨ ਦੀ ਨਹੀਂ ਆ ਸਕੀ। ਗੁਰਮੁਖੋ, ਜਿਹੜੀ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਆ, ਰਾਜੇ ਦਾ ਫਰਜ਼ ਹੁੰਦਾ ਪਰਜਾ ਦੀ ਪਾਲਣਾ ਕਰਨੀ। ਪਰ ਵਰਤਮਾਨ ਆਮ ਰਾਜੇ ਲੋਕ ਪਰਜਾ ਨੂੰ ਲੁੱਟਦੇ, ਪਰਜਾ ਨੂੰ ਕੁੱਟਦੇ, ਪਰਜਾ ਵਿੱਚ ਦਹਿਸ਼ਤ ਪੈਦਾ ਕਰਦੇ ਕਿ ਸਾਡੇ ਅੱਗੇ ਕੋਈ ਬੋਲੇ ਨਾ। ਪੁਰਾਤਨ ਸਮੇਂ ਦੀ ਇੱਕ ਰਵਾਇਤ ਸੀ, ਰਾਜਾ ਆਪਣੀ ਪਰਜਾ ਵਿੱਚ ਵੀਰ ਯਾਤਰਾ ਕਰਦਾ ਸੀ ਭੇਸ ਵਟਾ ਕੇ। ਵੀਰ ਯਾਤਰਾ ਕਰਨ ਦਾ ਮਤਲਬ ਹੁੰਦਾ ਸੀ ਕਿ ਪਰਜਾ ਦੇ ਦੁੱਖ ਸੁਣਨੇ, ਕਿ ਮੇਰੇ ਰਾਜ ਵਿੱਚ ਪਰਜਾ ਦੁਖੀ ਤਾਂ ਨਹੀਂ,
ਭੇਸ ਵਟਾਉਣਾ, ਪਰਜਾ ਵਿੱਚ ਵਿਚਰਨਾ, ਪਰਜਾ ਦੇ ਵਿਚਾਰ ਸੁਣਨੇ ਕਿ ਮੇਰੇ ਰਾਜ ਤੋਂ ਪਰਜਾ ਕੋਈ ਦੁਖੀ ਤਾਂ ਨਹੀਂ। ਜਿਹੜੀ ਮੁਸੀਬਤ ਪਰਜਾ ਦੀ ਵੀਰ ਯਾਤਰਾ ਕਰਕੇ ਸੁਣਨੀ, ਫਿਰ ਉਸ ਮੁਸ਼ਕਲ ਦਾ ਹੱਲ ਕਰਨਾ। ਪ੍ਰਾਤਨ ਰਾਜੇ ਵੀਰ ਯਾਤਰਾ ਕਰਦੇ ਸਨ, ਪਰ ਗੁਰਮੁਖੋ ਅੱਜ ਦੇ ਰਾਜੇ ਲੁੱਟਦੇ ਵੀ ਆ, ਕੁੱਟਦੇ ਵੀ ਆ, ਜ਼ਬਰਦਸਤੀ ਤੇ ਧੱਕੇਸ਼ਾਹੀਆਂ ਵੀ ਕਰਦੇ ਆ। ਪਰ ਇਹਦਾ ਗੁਰਮੁਖੋ ਲੇਖਾ ਦੇਣਾ ਪੈਂਦਾ ਹੁੰਦਾ। ਆਮ ਇੱਕ ਲੋਕਾਂ ਦੀ ਦੁਨੀਆ ਦੀ ਕਹਾਵਤ ਆ, ਤਪ ਤੋਂ ਰਾਜ, ਰਾਜ ਤੋਂ ਨਰਕ ਮਿਲਦਾ। ਸਹਿਸਕ੍ਰਿਤੀ ਦੇ ਸ਼ਲੋਕਾਂ ਵਿੱਚ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ, ਪਰਾ ਪੂਰ ਬੇਣ ਪੁਚੰਤੇ ਮਹੀਪਤੇ। ਪਿਛਲੇ ਜਪ ਤਪ ਕਰਕੇ ਜੀਵ ਨੂੰ ਸੰਸਾਰ ਦਾ ਰਾਜ ਮਿਲਿਆ। ਵਿਪਰੀਤ ਬੁੱਧੀਆਂ ਮਾਰਤ ਲੋਕੈ, ਫਿਰ ਪੁੱਠੇ ਕੰਮ ਕਰਦਾ, ਰਾਜ ਸੱਤਾ ਦੇ ਨਸ਼ੇ ਵਿੱਚ ਪਰਜਾ ਨੂੰ ਤੰਗ ਕਰਦਾ, ਪਰੇਸ਼ਾਨ ਕਰਦਾ। ਵਿਪਰੀਤ ਬੁੱਧੀਆਂ ਮਾਰਤ ਲੋਕੈ, ਚਿਰੰਕਾਲ ਦੁੱਖ ਭੋਗਤੇ, ਫਿਰ ਲੰਮਾ ਸਮਾਂ ਨਰਕਾਂ ਦੇ ਵਿੱਚ ਗੁਰਮੁਖੋ ਸਜ਼ਾ ਭੋਗਦਾ। ਤੇ ਸੱਚੇ ਪਾਤਸ਼ਾਹ ਨੇ ਜੇਕਰ ਸਾਨੂੰ ਰਾਜ ਦੇ ਦਿੱਤਾ, ਰਾਜ ਦੇ ਨਸ਼ੇ ਵਿੱਚ ਮਾੜੇ ਕਰਮ ਕਰਦਾ, ਧਾਰਮਿਕ ਗ੍ਰੰਥਾਂ ਦਾ ਨਰਾਦਰ, ਤੇ ਫਿਰ ਬੰਦੇ ਦੀ ਸੋਚ ਕਿਹੋ ਜੀ ਬਣ ਜਾਂਦੀ ਆ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਭਗਤ ਜਨਾਂ ਦੇ ਨਾਲ ਵੈਰ ਵਿਰੋਧ ਕਰਨਾ, ਤੇ ਦੁਸ਼ਟ ਲੋਕਾਂ ਦੇ ਨਾਲ ਜਿਹੜੇ ਟੌੜ ਰੱਖੇ ਹੁੰਦੇ ਸਰਕਾਰਾਂ ਦੇ ਨਾਲ, ਉਹਨਾਂ ਨਾਲ ਪਿਆਰ ਕਰਨਾ। ਤੇ ਉੱਚਾ ਥਾਉ ਸਤ ਸੰਗਤ ਘਰ, ਸੱਚਖੰਡ ਸਾਰਿਆਂ ਤੋਂ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ। ਤੇ ਸੱਚੇ ਪਾਤਸ਼ਾਹ ਜੇਕਰ ਉਸ ਉੱਚੇ ਦੇ ਕੋਲੇ ਪਹੁੰਚਣਾ ਹੋਵੇ ਤੇ ਕਿਸ ਤਰ੍ਹਾਂ ਹੀ ਜਾ ਸਕਦੇ ਆ। ਗੁਰਮੁਖੋ ਇੱਕ ਬਿਲਡਿੰਗ ਬਣਾਈ ਜਾਂਦੀ ਆ, ਇਮਾਰਤ, ਉਹਦੀ ਉੱਪਰਲੀ ਛੱਤ ਤੇ ਜਾਣ ਵਾਸਤੇ ਪੌੜੀਆਂ ਬਣਾਈਆਂ ਜਾਂਦੀਆਂ, ਤੇ ਪੌੜੀਆਂ ਵੀ ਉਸ ਛੱਤ ਦੇ ਬਰਾਬਰ ਬਣਾਈਆਂ ਜਾਂਦੀਆਂ। ਜੇਕਰ ਛੱਤ ਦੇ ਉੱਪਰ ਜਾਣਾ, ਓਡੀ ਵੱਡੀ ਪੌੜੀ ਬਣਾਉਣੀ ਪੈਣੀ ਆ। ਤੇ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਪਾਸ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਹੜਾ ਏਡਾ ਵੱਡਾ ਬੇਅੰਤ ਪਰਮੇਸ਼ਰ ਆ, ਉਹਦੇ ਕੋਲੇ ਜਾਣ ਵਾਸਤੇ ਕੋਈ ਯਤਨ ਢੰਗ ਤਰੀਕਾ ਹੈ? ਤੇ ਸੱਚੇ ਪਾਤਸ਼ਾਹ ਜੀ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਬਚਨ ਕਰਦੇ ਆ, ਉੱਚਾ ਉੱਪਰ ਉੱਚਾ ਨਾਉ। ਜੇਕਰ ਉੱਚੇ ਦੀ ਦਰਗਾਹ ਵਿੱਚ ਜਾਣਾ, ਸੱਚਖੰਡ ਵਿੱਚ ਜਾਣਾ, ਉਹਦੇ ਕੋਲੇ ਜਾਣ ਵਾਸਤੇ ਸੱਚੇ ਪਾਤਸ਼ਾਹ ਨੇ ਇੱਕ ਸਾਨੂੰ ਤਰੀਕਾ ਦੱਸਿਆ। ਉਹਦਾ ਨਾਮ ਜਪੋ, ਨਾਮ ਜਪ ਕੇ ਉਹਦੀ ਦਰਗਾਹ ਵਿੱਚ ਅਸੀਂ ਜਾ ਸਕਦੇ ਹਾਂ। ਗੁਰਮੁਖੋ ਇੱਕ ਬੰਦੇ ਦਾ ਘਰ ਹੁੰਦਾ, ਘਰ ਦੇ ਅੰਦਰ ਮਨੁੱਖ ਬੈਠਾ ਹੁੰਦਾ, ਉਹਦੇ ਦਰਵਾਜ਼ੇ ਤੇ ਆ ਕਰਕੇ ਕੋਈ ਉਹਦਾ ਨਾਮ ਲੈ ਕਰਕੇ ਆਵਾਜ਼ ਮਾਰਦਾ। ਨਾਮ ਲੈ ਕਰਕੇ ਆਵਾਜ਼ ਮਾਰੀ, ਉਸ ਨਾਮੀ ਮਨੁੱਖ ਦੇ ਕੰਨਾਂ ਵਿੱਚ ਪਈ। ਜਿਸ ਬੰਦੇ ਨੇ ਆਵਾਜ਼ ਮਾਰੀ, ਉਹਦੇ ਕੋਲੇ ਜਾਣ ਵਾਸਤੇ ਉਹਨੂੰ ਮਜਬੂਰ ਕਰਦਾ। ਇੱਕ ਆਵਾਜ਼ ਮਾਰੀ, ਸੁਣੀ ਨਹੀਂ, 2 ਵਾਰੀਆਂ। ਆਖਿਰਕਾਰ ਜਿੰਨਾ ਚਿਰ ਉਹ ਚੱਲ ਕਰਕੇ ਕੋਲੇ ਨਹੀਂ ਆਇਆ, ਉਹਨਾਂ ਚਿਰ ਆਵਾਜ਼ਾਂ ਹੀ ਮਾਰਦਾ ਰਿਹਾ। ਸਿੱਧ ਲੋਕੋ, ਜੇਕਰ ਪਰਮੇਸ਼ਰ ਦੇ ਉਸ ਉੱਚੀ ਦਰਗਾਹ, ਉੱਚੇ ਦਰਬਾਰ ਵਿੱਚ ਜਾਣਾ ਤੇ ਪਰਮੇਸ਼ਰ ਨੇ ਸਾਨੂੰ ਤਰੀਕਾ ਦੱਸਿਆ। ਉਹਦਾ ਓਡਾ ਹੀ ਵੱਡਾ ਨਾਂ ਹੈ ਜਿੱਡਾ ਵੱਡਾ ਪਰਮੇਸ਼ਰ ਹੈ। ਤੇ ਕਬੀਰ ਸਾਹਿਬ ਜੀ ਦੀ ਰਚਨਾ ਦੁਆਰਾ
ਪਾਵਨ ਗੁਰਬਾਣੀ ਦੇ ਬਚਨ ਹਨ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ। ਜਦੋਂ ਦਿਨ ਰਾਤ ਉਹਦੀ ਅਰਾਧਨਾ ਕਰਾਂਗੇ, ਦਿਨ ਰਾਤ ਉਹਨੂੰ ਆਵਾਜ਼ਾਂ ਮਾਰਾਂਗੇ, ਕਦੇ ਤੇ ਸਾਡੀ ਪੁਕਾਰ ਸੁਣੇਗਾ। ਸਿੱਧ ਲੋਕੋ, ਜੇਕਰ ਪਰਮੇਸ਼ਰ ਦੇ ਉੱਚੀ ਦਰਗਾਹ ਉੱਚੇ ਦਰਬਾਰ ਵਿੱਚ ਜਾਣਾ ਤੇ ਉਹਦੀ ਦਰਗਾਹ ਬਾਰਗਾਹ ਦੇ ਵਿੱਚ ਪਹੁੰਚਣ ਵਾਸਤੇ ਓਡਾ ਹੀ ਵੱਡਾ ਪਰਮੇਸ਼ਰ ਦਾ ਉੱਚਾ ਤੇ ਵੱਡਾ ਨਾਮ ਹੈ। ਏਵੜ ਉੱਚਾ ਹੋਵੇ ਕੋਈ, ਪਰ ਉਹਦਾ ਅੰਤ ਜਾਣ ਵਾਸਤੇ ਏਵੜ ਏਡਾ ਵੱਡਾ ਕੋਈ ਉੱਚਾ ਹੋਵੇ। ਤਿਸ ਉੱਚੇ ਕਉ ਜਾਣੈ ਸੋਏ, ਫੇਰ ਹੀ ਉਸ ਉੱਚੇ ਤੇ ਵੱਡੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਸਕਦਾ, ਜੇਕਰ ਉਹਦੇ ਬਰਾਬਰ ਦਾ ਕੋਈ ਹੋਵੇ। ਪਰ ਉਹਦੇ ਬਰਾਬਰ ਦਾ ਦੁਨੀਆ ਵਿੱਚ ਕੋਈ ਵੀ ਦੂਜਾ ਪਰਮੇਸ਼ਰ ਨਹੀਂ ਹੈ। ਜੇਵੜ ਆਪ ਜਾਣੈ ਆਪ ਆਪ, ਜਿੱਡਾ ਵੱਡਾ ਅਕਾਲ ਪੁਰਖ ਵਾਹਿਗੁਰੂ ਆ, ਉਹ ਆਪਣੇ ਆਪ ਨੂੰ ਆਪ ਹੀ ਜਾਣ ਸਕਦਾ। ਉਹਦੇ ਬਾਰੇ ਕੋਈ ਦੂਜਾ ਧਰਤੀ ਤੇ ਮਨੁੱਖ ਨਹੀਂ ਜਾਣ ਸਕਦਾ ਹੈ। ਨਾਨਕ ਨਦਰੀ ਕਰਮੀ ਦਾਤ, ਇਸ ਪੌੜੀ ਦੀ ਸੰਪੂਰਨਤਾ ਕਰਦੇ ਹੋਏ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਆ, ਨਾਨਕ ਨਦਰੀ, ਜਿਨ੍ਹਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਇੱਕ ਆਮ ਵੇਖਣਾ, ਇੱਕ ਕਿਰਪਾ ਦ੍ਰਿਸ਼ਟੀ ਕਰਕੇ ਤੱਕਣਾ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬੰਦਾਰਿਓ। ਜਦੋਂ ਉਹ ਨਦਰੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖਦਾ ਤੇ ਕਰਮੀ, ਉਹਦੇ ਤੇ ਗੁਰਮੁਖੋ ਬਖਸ਼ਿਸ਼ ਹੁੰਦੀ ਆ ਤੇ ਉਹਨੂੰ ਦਾਤ ਮਿਲਦੀ ਆ। ਕੀ ਦਾਤ ਮਿਲਦੀ ਆ? ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣਹੁ ਮੂਲ ਸਾਈਂ ਜਿਹਿਆ। ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਦੇ ਪਾਤਰ ਉਹ ਪਰਮੇਸ਼ਰ ਦਾ ਰੂਪ ਹੀ ਬਣ ਜਾਂਦੇ ਆ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ 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 ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।